ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਸਵਾਰਿਓ, ਅੱਜ ਦੀ ਗੁਰਮਤਿ ਕਲਾਸ ਵਿੱਚ ਆਪ ਸਾਰਿਆਂ ਨੂੰ ਜੀ ਆਇਆਂ। ਸਤਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਸਦਕਾ ਗੁਰੂ ਦੀਆਂ ਕਥਾ ਕਹਾਣੀਆਂ, ਬਬਾਨੀਆਂ ਕਹਾਣੀਆਂ ਸੁਣਨ ਦਾ, ਸਾਂਝੀਆਂ ਕਰਨ ਦਾ ਸਮਾਂ ਮਿਲਦਾ ਹੈ। ਇਹਨਾਂ ਬਹਾਨੀਆਂ ਕਹਾਣੀਆਂ ਵਿੱਚ ਅਸੀਂ ਅੱਜ ਕੱਲ੍ਹ ਸੋਹਿਲਾ ਬਾਣੀ ਦੀ ਵਿਚਾਰ ਕਰ ਰਹੇ ਹਾਂ। ਅਸੀਂ ਪਹਿਲੇ 3 ਸ਼ਬਦਾਂ ਦੀ ਵਿਚਾਰ ਕਰ ਚੁੱਕੇ ਹਾਂ। ਇਸ ਬਾਣੀ ਦੇ ਕੁੱਲ 5 ਸ਼ਬਦ ਹਨ। ਅੱਜ ਚੌਥੇ ਸ਼ਬਦ ਦੀ ਵਿਚਾਰ ਅਸੀਂ ਜੀਤ ਪ੍ਰਭ ਕੀਰਤਨ ਸਿੰਘ ਜੀ ਪਾਸੋਂ ਸਰਵਨ ਕਰਨੀ ਹੈ। ਕਾਮ ਕ੍ਰੋਧ ਨਗਰ ਵੋ ਭਰਿਆ, ਸਾਧੂ ਖੰਡਲ ਖੰਡਾ ਹੈ। ਇਹ ਸ਼ਬਦ ਦੀ ਵਿਚਾਰ ਅੱਜ ਜੀਤ ਪ੍ਰਭ ਕੀਰਤਨ ਸਿੰਘ ਜੀ ਕਰ ਰਹੇ ਹਨ। ਮੈਂ ਉਹਨਾਂ ਨੂੰ ਬੇਨਤੀ ਕਰਦਾ ਹਾਂ ਕਿ ਅੱਜ ਦੀ ਵਿਚਾਰ ਆਰੰਭ ਕੀਤੀ ਜਾਏ। ਜੀਤ ਪ੍ਰਭ ਕੀਰਤਨ ਸਿੰਘ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਜਿਵੇਂ ਕਿ ਵੀਰ ਜੀ ਨੇ ਆਪ ਜੀ ਨਾਲ ਗੱਲ ਕੀਤੀ ਹੈ, ਅੱਜ ਆਪਾਂ ਸੋਹਿਲਾ ਬਾਣੀ ਦੇ ਚੌਥੇ ਸ਼ਬਦ ਦੀ ਵਿਚਾਰ ਕਰਨੀ ਹੈ ਜੀ। ਆਓ ਸਭ ਤੋਂ ਪਹਿਲਾਂ ਇਸ ਸ਼ਬਦ ਦਾ ਪਾਠ ਕਰ ਲਈਏ ਜੀ ਇੱਕ ਵਾਰੀ। ਰਾਗ ਗੌੜੀ ਪੂਰਬੀ ਮਹਿਲਾ ਚੌਥਾ। ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾਏ। ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰਲਿਵ ਮੰਡਲ ਮੰਡਾਹੇ। ਕਰ ਸਾਧੂ ਅੰਜਲੀ ਪੁੰਨ ਵੱਡਾ ਹੈ, ਕਰ ਡੰਡੌਤ ਪੁੰਨ ਵੱਡਾ ਹੈ। ਰਹਾਉ ਸਾਕਤ ਹਰ ਰਸ ਸਾਧ ਨ ਜਾਣਿਆ, ਤਿਨ ਅੰਤਰ ਹਉਮੈ ਕੰਡਾ ਹੈ। ਜਿਉ ਜਿਉ ਚਲੈ ਚੁਭੈ ਦੁਖ ਪਾਵੈ, ਜਮ ਕਾਲ ਸਹੈ ਸਿਰ ਡੰਡਾ ਹੈ। ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਭਾਵ ਖੰਡਾ ਹੈ। ਅਬਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਮੰਡਾ ਹੈ। ਹਾਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾ ਹੈ। ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੈ। ਜਿਸ ਸ਼ਬਦ ਦਾ ਆਪ ਜੀ ਨੇ ਪਾਠ ਸਰਵਣ ਕੀਤਾ ਹੈ, ਇਹ ਸੋਹਿਲਾ ਬਾਣੀ ਦਾ ਚੌਥਾ ਸ਼ਬਦ ਹੈ। ਪਿਛਲੇ ਸ਼ਬਦ ਦੇ ਵਿੱਚ ਸਤਿਗੁਰੂ ਜੀ ਨੇ, ਜਿਸ ਨੂੰ ਅਸੀਂ ਆਰਤੀ ਦਾ ਸ਼ਬਦ ਕਹਿੰਦੇ ਹਾਂ, ਉਸ ਦੇ ਵਿੱਚ ਸਤਿਗੁਰੂ ਜੀ ਨੇ ਇੱਕ ਉਪਦੇਸ਼ ਦਿੱਤਾ ਸੀ ਕਿ ਗੁਰ ਸਾਖੀ ਜੋਤ ਪ੍ਰਗਟ ਹੋਏ। ਭਾਵ ਕਿ ਸਤਿਗੁਰੂ ਦੀ ਸਿੱਖਿਆ ਧਾਰਨ ਕਰਕੇ ਹੀ ਅਸੀਂ ਪ੍ਰਭੂ ਦੀ ਜੋਤ ਨੂੰ ਹਿਰਦੇ ਵਿੱਚ ਪ੍ਰਗਟ ਕਰ ਸਕਦੇ ਹਾਂ। ਉਹ ਪ੍ਰਭੂ ਜੋ ਸਾਡੇ ਹਿਰਦੇ ਵਿੱਚ ਹੀ ਬੈਠਾ ਹੈ, ਅਸੀਂ ਉਸ ਨਾਲ ਜੁੜ ਸਕਦੇ ਹਾਂ। ਭਾਵ ਜੋਤ ਪ੍ਰਗਟ ਕਰਨ ਦੀ ਗੱਲ ਹੈ, ਉਹ ਜੋਤ ਜੋ ਆਲਰੇਡੀ ਸਾਡੇ ਅੰਦਰ ਮੌਜੂਦ ਹੈ। ਗੁਰੂ ਦੀ ਸ਼ਰਨ ਪੈ ਕੇ ਹੀ ਅਸੀਂ ਪ੍ਰਭੂ ਦੇ ਹੁਕਮ ਦੀ ਸੋਝੀ ਪ੍ਰਾਪਤ ਕਰ ਸਕਦੇ ਹਾਂ।
ਅਤੇ ਆਪਣੇ ਜੀਵਨ ਨੂੰ ਭਾਣੇ ਦਾ ਜੀਵਨ ਬਣਾ ਸਕਦੇ ਹਾਂ। ਤਾਂ ਸਤਿਗੁਰੂ ਜੀ ਨੇ ਅਖੀਰ ਤੇ ਆ ਕੇ ਪਿਛਲੇ ਸ਼ਬਦ ਦੇ ਵਿੱਚ ਜੋ ਸਾਨੂੰ ਉਪਦੇਸ਼ ਦਿੱਤਾ ਸੀ ਕਿ ਪ੍ਰਭੂ ਜੀ ਦੇ ਨਾਲ ਸੱਚਾ ਪ੍ਰੇਮ, ਸੱਚੀ ਸ਼ਰਧਾ ਤੇ ਪ੍ਰਭੂ ਜੀ ਦੀ ਸੱਚੀ ਪੂਜਾ, ਪ੍ਰਭੂ ਜੀ ਦੇ ਭਾਣੇ ਦਾ ਜੀਵਨ ਜੀਣਾ ਹੈ। ਇਹੀ ਸੱਚੀ ਪੂਜਾ ਹੈ ਤੇ ਇਹੀ ਸੱਚੀ ਆਰਤੀ ਹੈ। ਨਹੀਂ ਤਾਂ ਅਖੌਤੀ ਪੂਜਾ, ਆਰਤੀ ਆਦਿਕ ਸਾਡਾ ਕੁਝ ਨਹੀਂ ਸਵਾਰ ਸਕਦਾ। ਸਤਿਗੁਰੂ ਜੀ ਨੇ ਕਿਹਾ ਸੀ ਕਿ ਜਦੋਂ ਜੋਤ ਪ੍ਰਗਟ ਹੋ ਜਾਂਦੀ ਹੈ, ਗੁਰ ਸਾਖੀ ਜੋਤ ਪ੍ਰਗਟ ਹੋਏ, ਜੋ ਤਿਸ ਭਾਵੈ ਸੋ ਆਰਤੀ ਹੈ। ਸੋ ਜਦੋਂ ਤੱਕ ਅਸੀਂ ਭਾਣੇ ਦਾ ਜੀਵਨ ਨਹੀਂ ਜੀਵਿਆ, ਉਦੋਂ ਤੱਕ ਬਾਕੀ ਕੀਤੇ ਤਰ੍ਹਾਂ ਤਰ੍ਹਾਂ ਦੇ ਕਰਮ, ਆਰਤੀ, ਪੂਜਾ ਜਾਂ ਹੋਰ ਵੀ ਅਸੀਂ ਅਗਰ ਕੁਝ ਕਰੀਏ, ਉਹ ਸਾਡਾ ਕੁਝ ਨਹੀਂ ਸਵਾਰ ਸਕਦੇ। ਅਸਲ ਗੱਲ ਉਸ ਪ੍ਰਭੂ ਦੇ ਭਾਣੇ ਦਾ ਜੀਵਨ ਜੀਣਾ ਹੈ। ਸੋ ਮਨੁੱਖਾ ਜਨਮ ਨੂੰ ਸਵਾਰਨ ਦਾ ਅਸਲ ਭੇਦ ਸਤਿਗੁਰੂ ਦੀ ਸ਼ਰਨ ਪੈਣਾ ਹੈ, ਉਸ ਦੇ ਅੱਗੇ ਸਮਰਪਣ ਕਰਨਾ ਹੈ, ਉਸ ਦੇ ਉਪਦੇਸ਼ ਨੂੰ ਹਿਰਦੇ ਵਿੱਚ ਧਾਰਨ ਕਰਨਾ ਹੈ ਤੇ ਇਸ ਉਪਦੇਸ਼ ਨੂੰ ਜੀਵਨ ਦੇ ਵਿੱਚ ਢਾਲਣਾ ਹੈ। ਤੇ ਜਿਹੜਾ ਇਹ ਸ਼ਬਦ ਜਿਹੜਾ ਹੁਣ ਅਸੀਂ ਵਿਚਾਰ ਕਰਨੀ ਹੈ, ਇਹ ਸ਼ਬਦ ਵੀ ਸਤਿਗੁਰੂ ਜੀ ਇਹਦੇ ਵਿੱਚ ਵੀ ਇਹੀ ਪ੍ਰੇਰਨਾ ਹੈ ਕਿ ਹੇ ਭਾਈ ਤੂੰ ਗੁਰੂ ਦੀ ਸ਼ਰਨ ਪੈ। ਰਹਾਉ ਦੀ ਪੰਕਤੀਆਂ ਨੇ, ਕਰ ਸਾਧੂ ਅੰਜਲੀ ਪੁੰਨ ਵੱਡਾ ਹੈ। ਅੰਜਲੀ ਦਾ ਅਰਥ ਹੁੰਦਾ ਹੈ ਜਦੋਂ ਅਸੀਂ ਦੋਨੋਂ ਹੱਥ ਜੋੜਦੇ ਹਾਂ ਤਾਂ ਇਸ ਨੂੰ ਅੰਜਲੀ ਕਿਹਾ ਜਾਂਦਾ ਹੈ। ਇਹ ਭਾਈ ਦੋਵੇਂ ਹੱਥ ਜੋੜ ਕਰ। ਪੁੰਨ ਵੱਡਾ ਹੈ, ਪੁੰਨ ਦਾ ਭਾਵ ਹੈ ਕਿ ਇਹੀ ਭਲਾ ਕੰਮ ਹੈ, ਇਹ ਬੜਾ ਵੱਡੇ ਭਲੇ ਦਾ ਕੰਮ ਹੈ ਤੇਰੇ ਵਾਸਤੇ। ਕਰ ਡੰਡੌਤ ਪੁੰਨ ਵੱਡਾ ਹੈ। ਡੰਡੌਤ ਕਿਹਾ ਜਾਂਦਾ ਹੈ ਕਿ ਲੰਮੇ ਪੈ ਕੇ ਨਮਸਕਾਰ ਕਰਨੀ, ਭਾਵ ਕਿਸੇ ਦੀ ਸ਼ਰਨ ਵਿੱਚ ਪੈਣ ਦਾ ਜੋ ਐਕਸਪ੍ਰੈਸ਼ਨ ਹੈ ਉਸ ਨੂੰ ਡੰਡੌਤ ਕਿਹਾ ਜਾਂਦਾ ਹੈ। ਉਹਦੇ ਵਾਸਤੇ ਵੀ ਸਤਿਗੁਰੂ ਕਹਿ ਰਹੇ ਹਨ ਕਿ ਪੁੰਨ ਵੱਡਾ ਹੈ। ਦੋ ਪੰਕਤੀਆਂ ਦਾ ਅਰਥ ਹੈ, ਹੇ ਭਾਈ ਗੁਰੂ ਅੱਗੇ ਹੱਥ ਜੋੜ, ਉਹਦੀ ਸ਼ਰਨ ਪੈ, ਇਹ ਬਹੁਤ ਭਲੇ ਦਾ ਕੰਮ ਹੈ। ਗੁਰੂ ਅੱਗੇ ਢਹਿ ਪਾਓ, ਇਹ ਬੜਾ ਨੇਕ ਕੰਮ ਹੈ। ਤਾਂ ਸਤਿਗੁਰੂ ਜੀ ਸਾਨੂੰ ਇੱਥੇ ਵੀ ਇਹੀ ਪ੍ਰੇਰਨਾ ਦੇ ਰਹੇ ਹਨ। ਜਿਵੇਂ ਪਿਛਲੇ ਸ਼ਬਦ ਵਿੱਚ ਸਤਿਗੁਰੂ ਜੀ ਨੇ ਗੁਰ ਸਾਖੀ ਜੋਤ ਪ੍ਰਗਟ ਹੋਏ ਦੀ ਗੱਲ ਕਹੀ ਸੀ। ਆਪ ਕਹਿੰਦੇ ਹਨ ਕਿ ਮਨੁੱਖਾ ਜਨਮ ਨੂੰ ਸਵਾਰਨ ਦਾ ਭੇਦ ਹੀ ਸਤਿਗੁਰੂ ਦੀ ਸ਼ਰਨ ਪੈਣਾ ਹੈ। ਸੋ ਕਹਿ ਰਹੇ ਹਨ ਕਿ ਹੇ ਭਾਈ ਗੁਰੂ ਅੱਗੇ ਹੱਥ ਜੋੜ, ਗੁਰੂ ਅੱਗੇ ਢਹਿ ਪਾਓ, ਇਹੀ ਤੇਰੇ ਵਾਸਤੇ ਸਭ ਤੋਂ ਭਲਾ ਕੰਮ। ਜੀਵਨ ਨੂੰ ਸਫਲ ਕਰਨ ਦਾ ਰਾਹ ਸਤਿਗੁਰੂ ਦੇ ਦਰ ਤੋਂ ਸ਼ੁਰੂ ਹੁੰਦਾ ਹੈ। ਤਾਂ ਸਤਿਗੁਰੂ ਦੇ ਦਰ ਤੇ ਢਹਿ ਪਾਓ, ਸਤਿਗੁਰੂ ਦੇ ਅੱਗੇ ਢਹਿ ਪਾਓ, ਉਹਦੇ ਅੱਗੇ ਹੱਥ ਜੋੜ ਕੇ ਨਿਮਰਤਾ ਸਹਿਤ ਖੜਾ ਹੋ ਜਾ, ਨਿਮਾਣਾ ਬਣ ਕੇ ਖੜਾ ਹੋ ਜਾ ਤੇ ਉਹਦੇ ਕੋਲੋਂ ਗੁਰ ਸਾਖੀ ਦੀ ਦਾਤ ਮੰਗ। ਸਤਿਗੁਰੂ ਜੀ ਕਹਿੰਦੇ ਹਨ ਕਿ ਜੀਵਨ ਨੂੰ ਸਫਲ ਕਰਨ ਦਾ ਜਿਹੜਾ ਰਸਤਾ ਹੈ ਉਹ ਗੁਰੂ ਦੇ ਦਰ ਤੋਂ ਸ਼ੁਰੂ ਹੁੰਦਾ ਹੈ ਤੇ ਇਹ ਵੱਡੇ ਭਾਗਾਂ ਵਾਲਿਆਂ ਦੇ ਹਿੱਸੇ ਹੀ ਆਉਂਦਾ ਹੈ। ਕਿਉਂਕਿ ਗੁਰੂ ਦੇ ਦਰ ਤੱਕ ਅਗਰ ਅਸੀਂ ਪਹੁੰਚਦੇ ਹਾਂ ਤਾਂ ਇਹ ਅਸੀਂ ਜੋ ਕਹਿੰਦੇ ਹਾਂ ਕਿ ਪੂਰਬਲੇ ਕਰਮਾਂ ਦਾ ਫਲ ਹੈ। ਹੁਣ ਇੱਥੇ ਕਰਮ ਦੇ ਅਰਥ ਇਹ ਵੀ ਹੈ ਕਿ ਅਸੀਂ ਜੋ ਚੰਗੇ ਕੰਮ ਪਹਿਲੇ ਕੀਤੇ ਹਨ, ਇਸ ਤੋਂ ਪਹਿਲੇ ਜਿੰਨੇ ਵੀ ਅਸੀਂ ਚੰਗੇ ਕੰਮ ਕੀਤੇ ਹਨ ਉਹ ਸਾਡੇ ਪੂਰਬਲੇ ਕਰਮ ਹਨ। ਪਰ ਕਰਮ ਦਾ ਦੂਜਾ ਜੋ ਅਰਥ ਹੈ ਉਹ ਕਿਰਪਾ ਵੀ ਹੁੰਦਾ ਹੈ। ਜੋ ਅਕਾਲ ਪੁਰਖ ਨੇ ਸਾਡੇ ਤੇ ਕਿਰਪਾ ਕਰ ਦਿੱਤੀ ਹੈ, ਜੋ ਉਹਦਾ ਕਰਮ ਹੈ ਉਹ ਸਾਨੂੰ ਪ੍ਰਾਪਤ ਹੁੰਦਾ ਹੈ ਤੇ ਸਾਡੇ ਹਿੱਸੇ ਵਿੱਚ ਇਹ ਗੱਲ ਆਉਂਦੀ ਹੈ ਕਿ ਅਸੀਂ ਗੁਰੂ ਦੇ ਦਰ ਤੱਕ ਪਹੁੰਚ ਜਾਈਏ, ਗੁਰੂ ਦੇ ਨਾਲ ਸਾਡਾ ਮਿਲਾਪ ਹੋ ਜਾਏ। ਉਹ ਅਕਾਲ ਪੁਰਖ ਦੀ ਦਇਆ ਦੇ ਨਾਲ ਹੀ ਸਾਡਾ ਗੁਰੂ ਦੇ ਨਾਲ ਮਿਲਾਪ ਹੁੰਦਾ ਹੈ। ਅਕਾਲ ਪੁਰਖ ਜੀ ਆਪ ਦਇਆ ਕਰਕੇ ਸਾਡਾ ਹੱਥ ਫੜ ਕੇ ਸਾਨੂੰ ਗੁਰੂ ਦੇ ਦਰ ਤੇ ਲੈ ਜਾਂਦੇ ਹਨ। ਔਰ ਇਹ ਅਜਿਹੇ ਵੱਡੇ ਭਾਗ ਹਨ ਜੋ ਮਾਇਆ ਦੇ ਵਿਹੜੇ ਮਨੁੱਖਾਂ ਨੂੰ ਪ੍ਰਾਪਤ ਨਹੀਂ ਹੁੰਦੇ। ਤਾਂ ਭਾਈ ਹੁਣ ਤੂੰ ਇਹ ਕੰਮ ਕਰ ਕਿ ਗੁਰੂ ਦੇ ਚਰਨਾਂ ਤੇ ਢਹਿ ਪਾਓ, ਉਹਦੇ ਅੱਗੇ ਹੱਥ ਜੋੜ, ਭਾਵ ਪੂਰੀ ਤਰ੍ਹਾਂ ਗੁਰੂ ਦੇ ਅੱਗੇ ਸਮਰਪਣ ਹੋ ਜਾ। ਉਸਦੇ ਉਪਦੇਸ਼ ਨੂੰ ਸੁਣ, ਉਸਦੇ ਉਪਦੇਸ਼ ਨੂੰ ਹਿਰਦੇ ਵਿੱਚ ਧਾਰ
ਔਰ ਉਹਨੂੰ ਆਪਣੇ ਜੀਵਨ ਦੇ ਵਿੱਚ ਢਾਲ ਲੈ। ਗੁਰੂ ਦੇ ਉਪਦੇਸ਼ ਤੇ ਅਮਲ ਕਰ, ਜੀਵਨ ਨੂੰ ਉਹ ਜਿਹਾ ਹੀ ਬਣਾ ਜਿਹੋ ਜਿਹਾ ਗੁਰੂ ਦਾ ਉਪਦੇਸ਼ ਹੈ, ਜੋ ਗੁਰੂ ਨੇ ਕਿਹਾ ਹੈ ਕਿ ਤੇਰਾ ਜੀਵਨ ਕੈਸਾ ਹੋਣਾ ਚਾਹੀਦਾ ਹੈ, ਆਪਣੇ ਜੀਵਨ ਨੂੰ ਵੈਸਾ ਹੀ ਬਣਾ। ਆਪਣੇ ਮਨ ਨੂੰ ਪੂਰੀ ਤਰ੍ਹਾਂ ਗੁਰੂ ਦੇ ਅੱਗੇ ਸਮਰਪਣ ਕਰ, ਤਾਂ ਹੀ ਤੂੰ ਆਪਣਾ ਜੀਵਨ ਸਫਲ ਕਰ ਸਕਦਾ ਹੈ। ਔਰ ਇਹ ਹੀ ਸਭ ਤੋਂ ਤੇਰੇ ਵਾਸਤੇ ਭਲਾ ਕੰਮ, ਵੱਡਾ ਕੰਮ ਹੈ। ਪੁੰਨ ਵੱਡਾ ਹੈ, ਕਰ ਸਾਧੂ ਅੰਜਲੀ ਪੁੰਨ ਵੱਡਾ ਹੈ, ਕਰ ਡੰਡੌਤ ਪੁੰਨ ਵੱਡਾ ਹੈ। ਪਹਿਲੇ ਬੰਦ ਦੇ ਵਿੱਚ ਸਤਿਗੁਰੂ ਜੀ ਕਹਿੰਦੇ ਹਨ ਕਿ ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੈ। ਕਾਮ ਸਿਹਾਰੀ ਲੱਗੀ ਹੈ, ਇਸ ਦਾ ਅਰਥ ਹੈ ਕਾਮ ਦੇ ਨਾਲ, ਅੱਗੇ ਹੈ ਕ੍ਰੋਧ ਦੇ ਨਾਲ। ਨਗਰ, ਨਗਰ ਤੋਂ ਭਾਵ ਹੈ ਇਹ ਜੋ ਸਾਡਾ ਸਰੀਰ ਹੈ, ਭਾਵ ਸਰੀਰ ਰੂਪੀ ਜੋ ਨਗਰ ਹੈ। ਕਾਮ ਕ੍ਰੋਧ, ਕਾਮ ਨਾਲ ਕ੍ਰੋਧ ਨਾਲ ਸਾਡਾ ਸਰੀਰ ਰੂਪੀ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੈ। ਮਿਲ ਸਾਧੂ, ਮਿਲ ਦੇ ਫਿਰ ਉਹਦਾ ਅਰਥ ਹੈ ਕਿ ਮਿਲ ਕੇ ਕਿਸ ਨੂੰ? ਸਾਧੂ ਭਾਵ ਗੁਰੂ ਨੂੰ। ਖੰਡਲ ਖੰਡਾ ਹੈ, ਇਹ ਤੋੜਿਆ ਜਾ ਸਕਦਾ, ਟੁੱਟਦਾ ਹੈ। ਸਤਿਗੁਰੂ ਕਹਿ ਰਹੇ ਹਨ ਕਿ ਮਨੁੱਖ ਦਾ, ਸਾਡਾ ਸਰੀਰ, ਇਹ ਜੋ ਨਗਰ ਹੈ, ਇਹ ਕਾਮ ਤੇ ਕ੍ਰੋਧ ਨਾਲ ਭਰਿਆ ਹੋਇਆ ਹੈ, ਭਰਿਆ ਰਹਿੰਦਾ ਹੈ। ਗੁਰੂ ਨੂੰ ਮਿਲ ਕੇ ਹੀ ਕਾਮ ਕ੍ਰੋਧ ਆਦਿਕ ਦੇ ਇਸ ਜਿਹੜਾ ਜੋੜ ਬਣਿਆ ਸਾਡੇ ਸਰੀਰ ਦੇ ਨਾਲ, ਸਾਡੇ ਮਨ ਦੇ ਨਾਲ, ਇਹ ਜੋ ਕਨੈਕਸ਼ਨ ਬਣ ਗਿਆ ਹੈ, ਇਹਨੂੰ ਖੰਡਲ ਖੰਡਾ ਹੈ, ਇਹਨੂੰ ਤੋੜਿਆ ਜਾ ਸਕਦਾ। ਪੂਰਵ ਲਿਖਤ ਲਿਖੇ ਗੁਰ ਪਾਇਆ, ਮਨ ਹਰਲੇ ਮੰਡਲ ਮੰਡਾ ਹੈ। ਪੂਰਵ ਲਿਖਤ ਲਿਖੇ ਭਾਵ ਜੋ ਪਿਛਲੇ ਕਰਮਾਂ ਦੇ ਕਾਰਨ ਜੋ ਸੰਜੋਗ ਸੰਸਕਾਰ ਲਿਖੇ ਗਏ ਹਨ, ਉਹਨਾਂ ਦੇ ਅਨੁਸਾਰ ਗੁਰ ਪਾਇਆ ਤੇ ਮਨ ਹਰਲੇਵ ਮੰਡਲ ਮੰਡਾ ਹੈ। ਮਨ ਦੇ ਵਿੱਚ ਹਰ ਲੇਵ, ਮੰਡਲ ਮੰਡਾ ਹੈ ਭਾਵ ਜੋੜ, ਜੁੜਨਾ, ਸਾਡਾ ਜੁੜਨਾ, ਕਨੈਕਸ਼ਨ ਬਣਨਾ। ਸਤਿਗੁਰੂ ਜੀ ਕੀ ਉਪਦੇਸ਼ ਦੇ ਰਹੇ ਹਨ ਕਿ ਮਨੁੱਖ ਦਾ ਸਰੀਰ ਕਾਮ ਤੇ ਕ੍ਰੋਧ ਨਾਲ ਭਰਿਆ, ਤੇ ਗੁਰੂ ਨੂੰ ਮਿਲ ਕੇ ਇਹ ਜੋ ਜੋੜ ਬਣਿਆ ਕਾਮ ਕ੍ਰੋਧ, ਇੱਥੇ ਕਾਮ ਕ੍ਰੋਧ ਦਾ ਅਰਥ ਸਿਰਫ ਦੋ ਕਾਮ ਕ੍ਰੋਧ ਦੀ ਗੱਲ ਨਹੀਂ, ਇਹ ਸਾਰੇ ਵਿਕਾਰਾਂ ਦੀ ਹੀ ਗੱਲ ਹੋ ਰਹੀ। ਨਾਮ ਦੋ ਦਾ ਜ਼ਰੂਰ ਲਿਖਿਆ ਹੈ, ਪਰ ਇੱਥੇ ਸਾਨੂੰ ਇਹ ਸਮਝਣਾ ਚਾਹੀਦਾ ਕਿ ਸਾਡਾ ਸਰੀਰ ਰੂਪੀ ਨਗਰ ਜੋ ਹੈ ਕਾਮ ਕ੍ਰੋਧ ਅਤੇ ਹੋਰ ਅਨੇਕਾਂ ਵਿਕਾਰਾਂ ਦੇ ਨਾਲ ਬਹੁਤ ਭਰਿਆ, ਭਰਿਆ ਹੁੰਦਾ ਜਿਹੜਾ ਨੱਕੋ ਨੱਕ ਉਹਦੇ ਅੰਦਰ ਹੋਰ ਕੁਝ ਦੀ ਥਾਂ ਨਾ ਹੋਵੇ, ਬਹੁਤ ਭਰਿਆ, ਬਹੁਤ ਭਰਿਆ। ਤੇ ਕਹਿੰਦੇ ਹਨ ਕਿ ਜਿਸ ਮਨੁੱਖ ਨੂੰ ਪੂਰਬਲੇ ਕਰਮਾਂ ਦੇ ਅਨੁਸਾਰ, ਪੂਰਬਲੇ ਸੰਜੋਗਾਂ ਦੇ ਨਾਲ ਗੁਰੂ ਮਿਲ ਪੈਂਦਾ ਹੈ, ਉਹਦੇ ਮਨ ਵਿੱਚ ਪਰਮਾਤਮਾ ਦੀ ਲਿਵ ਲੱਗ ਜਾਂਦੀ ਹੈ। ਮਨ ਹਰ ਲਿਵ ਮੰਡਲ ਮੰਡਾ ਹੈ। ਫਿਰ ਉਹਦੇ ਅੰਦਰੋਂ ਕਾਮ ਕ੍ਰੋਧ ਆਦਿਕਾਂ ਦਾ ਜੋੜ ਟੁੱਟ ਜਾਂਦਾ ਹੈ ਤੇ ਪਰਮਾਤਮਾ ਦੇ ਨਾਲ, ਵਾਹਿਗੁਰੂ ਦੇ ਨਾਲ ਮੰਡਲ ਮੰਡਾ ਹੈ, ਉਹ ਜੋੜ ਜੁੜ ਜਾਂਦਾ। ਕਾਮ ਕ੍ਰੋਧ ਦਾ ਜਾਂ ਵਿਕਾਰਾਂ ਦਾ ਜਿਹੜਾ ਜੋੜ ਹੈ, ਸਾਡਾ ਕਨੈਕਸ਼ਨ ਹੈ, ਸਾਡੇ ਉੱਤੇ ਗਲਬਾ ਜੋ ਹੈ ਉਹ ਟੁੱਟ ਗਿਆ ਤੇ ਲਿਵ ਕਿਹਦੇ ਨਾਲ ਜੁੜ ਗਈ? ਅਕਾਲ ਪੁਰਖ ਦੇ ਨਾਲ, ਵਾਹਿਗੁਰੂ ਦੇ ਨਾਲ, ਨਾਮ ਦੇ। ਹੁਣ ਸਤਿਗੁਰੂ ਜੀ ਕਹਿ ਰਹੇ ਹਨ ਕਿ ਸਾਡੇ ਸਰੀਰ ਦੇ ਅੰਦਰ ਇਹ ਸਾਰੇ ਵਿਕਾਰ ਬੜੀ ਖੁੱਲ੍ਹ ਦੇ ਨਾਲ ਆਉਂਦੇ ਹਨ, ਜਾਂਦੇ ਹਨ। ਜਦੋਂ ਦਿਲ ਆਉਂਦਾ ਹੈ ਆ ਜਾਂਦੇ ਹਨ, ਜਦੋਂ ਦਿਲ ਆਉਂਦਾ ਹੈ ਚਲੇ ਜਾਂਦੇ ਹਨ। ਕੋਈ ਇਹਨਾਂ ਦੀ ਰੋਕ ਟੋਕ ਨਹੀਂ। ਮਾਨੋ ਇਹਨਾਂ ਨੇ ਇੱਥੇ ਹੁਣ ਸਰੀਰ ਦੇ ਵਿੱਚ ਬੈਠ ਗਏ ਹਨ, ਇਹਨਾਂ ਨੇ ਆਪਣਾ ਪੱਕਾ ਟਿਕਾਣਾ ਬਣਾ ਲਿਆ ਹੈ, ਇੱਥੇ ਹੀ ਰਹਿਣ ਲੱਗ ਪਏ ਹਨ। ਤੇ ਜਿਹੜਾ ਇਸ ਸਰੀਰ ਦਾ ਮਾਲਕ ਸੀ, ਮਨ ਸੀ, ਜੋ ਇਸ ਸਰੀਰ ਤੇ ਹਕੂਮਤ ਕਰਦਾ ਹੈ, ਉਹ ਆਪ ਵੀ ਇਹਨਾਂ ਵਿਕਾਰਾਂ ਵਿੱਚ ਹੀ ਗਲਤਾਨ ਹੋ ਗਿਆ। ਸੋ ਇਹ ਵਿਕਾਰ ਇਸ ਮਨ ਸਰੀਰ ਵਿੱਚ ਪੱਕੇ ਵਸ ਗਏ ਹਨ, ਕਿਉਂਕਿ ਮਾਲਕ ਵੀ ਜਦੋਂ ਉਹਨਾਂ ਦੇ ਅਧੀਨ ਹੋ ਗਿਆ ਤਾਂ ਫਿਰ ਇੱਥੇ ਵਸਣ ਵਿੱਚ ਉਹਨਾਂ ਨੂੰ ਕੋਈ ਔਖਿਆਈ ਨਹੀਂ, ਕੋਈ ਰੋਕ ਨਹੀਂ ਸਕਦਾ। ਸੋ ਇਹ ਵਿਕਾਰ ਜਿਹੜੇ ਹਨ ਇੱਥੇ ਪੱਕੇ ਵਸ ਗਏ ਹਨ। ਇਹਨਾਂ ਨੇ ਸਾਡੇ ਜੀਵਨ ਤੇ ਪੂਰਾ ਗਲਬਾ, ਡੋਮੀਨੇਸ਼ਨ ਬਣਾ ਲਈ ਹੈ ਤੇ ਇਹਦੇ ਤੇ ਕਬਜ਼ਾ ਕਰ ਲਿਆ। ਤਾਂ ਫਿਰ ਹੋਣਾ ਕੀ ਹੈ ਕਿ ਸਾਡਾ ਜੀਵਨ ਵਿਕਾਰਾਂ ਨਾਲ ਹੀ ਭਰ ਗਿਆ ਹੈ, ਨਗਰ ਬਹੁਤ ਭਰਿਆ। ਤੋ ਹੁਣ ਇਹਨਾਂ ਨੂੰ ਜੋ
ਕੱਢਣ ਦਾ ਕੰਮ ਹੈ, ਜਿਹੜੀ ਇਹਨਾਂ ਨੇ ਸਾਡੇ ਉੱਤੇ ਗਲਬਾ ਬਣਾ ਲਿਆ ਹੈ, ਡੋਮੀਨੇਸ਼ਨ ਬਣਾ ਲਈ ਹੈ, ਪੱਕਾ ਕਨੈਕਸ਼ਨ ਬਣਾ ਲਿਆ, ਵਸ ਗਏ ਹਨ। ਇਹਨਾਂ ਨੂੰ ਜੇ ਕੱਢਣਾ ਹੈ ਤਾਂ ਫਿਰ ਇਹ ਸਾਡੇ ਵੱਸ ਦਾ ਕੰਮ ਨਹੀਂ ਹੈ। ਇਹਦੇ ਲਈ ਗੁਰੂ ਦੀ ਸ਼ਰਨ ਪੈਣ ਦੀ ਲੋੜ ਹੈ। ਤਾਂ ਗੁਰੂ ਦੀ ਸ਼ਰਨ ਪੈ ਜਾ, ਤੇ ਜਿਹੜੀ ਪਕੜ ਮਨ ਦੇ ਵਿੱਚ ਬਣਾ ਲਈ ਹੈ, ਜਿਹੜੇ ਚੱਕਰਵਿਊਹ ਦੇ ਵਿੱਚ ਸਾਨੂੰ ਫਸਾ ਲਿਆ ਹੈ, ਉਸ ਨੂੰ ਤੋੜਨ ਦਾ ਵੱਲ ਕੇਵਲ ਸਤਿਗੁਰੂ ਦੇ ਕੋਲ ਹੈ। ਉਹੀ ਦੱਸ ਸਕਦਾ ਹੈ ਕਿ ਇਹਨਾਂ ਦੇ ਗਲਬੇ ਵਿੱਚੋਂ ਕਿਸ ਤਰ੍ਹਾਂ ਨਿਕਲਣਾ ਹੈ। ਤਾਂ ਫਿਰ ਹੇ ਮੇਰੇ ਮਨ, ਤੂੰ ਸ਼ਰਨ ਪੈ ਜਾ ਸੱਚੇ ਗੁਰੂ ਦੀ, ਕਰ ਸਾਧੂ ਅੰਜਲੀ ਪੁੰਨ ਵੱਡਾ ਹੈ। ਤੋ ਗੁਰੂ ਦੀ ਪ੍ਰਾਪਤੀ ਜਿਹੜੀ ਹੈ, ਹੁਣ ਉਹ ਇਹ ਤਾਂ ਹੈ ਨਹੀਂ ਕਿ ਗੁਰੂ ਦੀ ਪ੍ਰਾਪਤੀ ਅਸੀਂ ਆਪਣੀ ਮੱਤ, ਆਪਣੇ ਹੰਕਾਰ, ਆਪਣੇ ਇਨੀਸ਼ੀਏਟਿਵ ਦੇ ਨਾਲ, ਆਪਣੇ ਉਦਮ ਦੇ ਨਾਲ ਅਸੀਂ ਕਰ ਸਕਦੇ ਨਹੀਂ। ਇੱਥੇ ਸਤਿਗੁਰੂ ਸਾਨੂੰ ਸਮਝਾ ਰਹੇ ਹਨ ਕਿ ਕੋਈ ਸਿਆਣਪ, ਕੋਈ ਉਦਮ ਤੈਨੂੰ ਲੈ ਕੇ ਗੁਰੂ ਦੀ ਸ਼ਰਨ ਵਿੱਚ ਨਹੀਂ ਪਾ ਸਕਦਾ। ਗੁਰੂ ਦੀ ਸ਼ਰਨ ਦੇ ਵਿੱਚ ਪੈਣਾ, ਸਤਿਗੁਰੂ ਕਹਿ ਰਹੇ ਹਨ, ਪੂਰਬ ਲਿਖਤ ਲਿਖੇ ਗੁਰ ਪਾਇਆ। ਜੇ ਪੂਰਬਲੇ ਕਰਮ ਹੋਣ, ਅਕਾਲ ਪੁਰਖ ਪ੍ਰਸੰਨ ਹੋਵੇ, ਤਾਂ ਅਕਾਲ ਪੁਰਖ ਕਰਮ ਕਰਕੇ, ਕਿਰਪਾ ਕਰਕੇ ਲਿਖਤ ਲਿਖਦਾ ਹੈ, ਸਾਡੇ ਭਾਗ ਲਿਖ ਦਿੰਦਾ ਹੈ, ਤੇ ਤਾਂ ਸਾਨੂੰ ਗੁਰੂ ਦੀ ਸ਼ਰਨ ਦੀ ਪ੍ਰਾਪਤੀ ਹੁੰਦੀ ਹੈ। ਪੂਰਬ ਲਿਖਤ ਲਿਖੇ ਗੁਰ ਪਾਇਆ। ਅਤੇ ਜੇ ਪ੍ਰਭੂ ਦੀ ਮਿਹਰ ਨਾਲ ਗੁਰੂ ਮਿਲ ਪਵੇ, ਮਨ ਗੁਰੂ ਦੇ ਸਮਰਪਣ ਹੋ ਜਾਵੇ, ਉਹਦੇ ਦੱਸੇ ਰਾਹ ਦੇ ਉੱਤੇ ਤੁਰਨਾ ਸ਼ੁਰੂ ਕਰ ਦੇਵੇ, ਆਪਣਾ ਅਮਲੀ ਜੀਵਨ ਗੁਰੂ ਦੇ ਦੱਸੇ ਅਨੁਸਾਰ ਬਣਾ ਲਵੇ, ਤਾਂ ਫਿਰ ਕੀ ਹੁੰਦਾ ਹੈ? ਮਨ ਹਰ ਲਿਵ ਮੰਡਲ ਮੰਡਾ ਹੈ। ਫਿਰ ਮਨੁੱਖ ਦੀ ਲਿਵ ਪ੍ਰਭੂ ਨਾਲ ਜੁੜ ਜਾਂਦੀ ਹੈ, ਮਨ ਪ੍ਰਭੂ ਨਾਲ ਜੁੜ ਜਾਂਦਾ ਹੈ। ਤੇ ਪ੍ਰਭੂ ਨਾਲ ਜੁੜ ਗਿਆ ਤੇ ਫਿਰ ਕੁਦਰਤੀ ਗੱਲ ਹੈ ਕਿ ਜਦੋਂ ਮਨ ਪ੍ਰਭੂ ਨਾਲ ਜੁੜ ਗਿਆ ਤਾਂ ਫਿਰ ਮਨ ਵਿਕਾਰਾਂ ਨਾਲੋਂ ਟੁੱਟ ਜਾਏਗਾ। ਫਿਰ ਉਹ ਖੰਡਲ ਖੰਡਾ ਹੈ ਵਾਲੀ ਗੱਲ ਬਣ ਜਾਏਗੀ। ਤਾਂ ਸਤਿਗੁਰੂ ਕਹਿੰਦੇ ਹਨ ਕਿ ਅਕਾਲ ਪੁਰਖ ਦੀ ਅਪਾਰ ਕਿਰਪਾ ਦੇ ਨਾਲ ਜੋ ਸਾਡੇ ਸੰਜੋਗ, ਭਾਗ, ਉਹਨੇ ਕਿਰਪਾ ਕਰਕੇ ਜੋ ਲਿਖਤ ਲਿਖੀ, ਉਹਦੇ ਨਾਲ ਅਸੀਂ ਗੁਰੂ ਦੀ ਸ਼ਰਨ ਦੇ ਵਿੱਚ ਪਏ। ਤੇ ਇਹ ਇਸ ਕਰਕੇ ਸਤਿਗੁਰੂ ਕਹਿੰਦੇ ਹਨ ਕਿ ਕਰ ਸਾਧੂ ਅੰਜਲੀ ਪੁੰਨ ਵੱਡਾ ਹੈ, ਕਰ ਡੰਡੌਤ ਪੁੰਨ ਵੱਡਾ ਹੈ। ਹੁਣ ਪੂਰੀ ਤਰ੍ਹਾਂ ਗੁਰੂ ਦੀ ਸ਼ਰਨ ਦੇ ਵਿੱਚ ਪੈ ਜਾ, ਉਹਦੇ ਅੱਗੇ ਹੱਥ ਜੋੜ, ਨਿਮਾਣਾ ਬਣ, ਉਹਦੇ ਅੱਗੇ ਢਹਿ ਪਾਓ, ਡੰਡੌਤ ਕਰ, ਔਰ ਗੁਰੂ ਦੇ ਅੱਗੇ ਪੈ ਕੇ ਉਹਦੀ ਕਿਰਪਾ ਦੀ, ਉਹਦੀ ਬਖਸ਼ਿਸ਼ ਦੀ ਮੰਗ ਕਰ। ਤਾਂ ਸਤਿਗੁਰੂ ਜੀ ਕਹਿੰਦੇ ਹਨ ਅੱਗੇ ਸਾਨੂੰ ਇਸੇ ਗੱਲ ਨੂੰ ਹੀ ਹੋਰ ਸਮਝਾ ਰਹੇ ਹਨ ਕਿ ਸਾਖਤ ਹਰ ਰਸ ਸਾਧ ਨਾ ਜਾਣਿਆ, ਤਿਨ ਅੰਤਰ ਹਉਮੈ ਕੰਡਾ। ਸਾਖਤ ਅਸੀਂ ਗੁਰਬਾਣੀ ਦੇ ਵਿੱਚ ਵਰਤਦੇ ਹਾਂ ਪ੍ਰਭੂ ਨਾਲੋਂ ਟੁੱਟਾ ਹੋਇਆ ਮਨੁੱਖ। ਜਿਹੜਾ ਪ੍ਰਭੂ ਨਾਲੋਂ ਟੁੱਟਾ ਹੋਇਆ ਮਨੁੱਖ ਹੈ, ਉਹਨੂੰ ਹਰੀ ਰਸ ਦਾ, ਹਰ ਰਸ ਦਾ ਭਾਵ ਉਹਦੇ ਨਾਮ ਵਿੱਚ ਜੁੜਨ ਦਾ, ਉਹਦੇ ਪ੍ਰਭੂ ਦੇ ਨਾਲ ਇੱਕ ਸੁਰ ਹੋਣ ਦਾ ਜਿਹੜਾ ਰਸ ਹੈ, ਆਨੰਦ ਹੈ, ਉਹਦਾ ਸਵਾਦ ਉਹਨੂੰ ਨਹੀਂ ਪਤਾ ਲੱਗਦਾ। ਉਹ ਨਾਮ ਦੇ ਰਸ ਦੇ ਸਵਾਦ ਨੂੰ ਸਮਝ ਨਹੀਂ ਸਕਦੇ, ਨਾ ਜਾਣਿਆ। ਤਿੰਨ ਅੰਤਰ ਹਉਮੈ ਕੰਡਾ ਹੈ। ਤਿੰਨ ਅੰਤਰ ਭਾਵ ਉਹਨਾਂ ਦੇ ਮਨ ਦੇ ਵਿੱਚ ਹਉਮੈ ਦਾ, ਇਉਂ ਸਮਝੋ ਕਿ ਕੰਡਾ ਹੀ ਵੱਜਿਆ ਹੋਇਆ। ਤੇ ਜਦੋਂ ਸਾਡੇ ਪੈਰ ਵਿੱਚ ਕੰਡਾ ਚੁੱਭ ਜਾਂਦਾ ਹੈ ਤਾਂ ਕੀ ਹੁੰਦਾ? ਜਿਉਂ ਜਿਉਂ ਚਲੈ ਚੁਭੈ ਦੁੱਖ ਪਾਵੈ। ਫਿਰ ਜਦੋਂ ਅਸੀਂ ਤੁਰਦੇ ਹਾਂ, ਇੱਕ ਕਦਮ ਵੀ ਪੁੱਟਦੇ ਹਾਂ, ਤੇ ਉਹ ਜਿਹੜਾ ਕੰਡਾ ਚੁਭਿਆ ਹੁੰਦਾ ਹੈ, ਉਹ ਸਾਨੂੰ ਦੁੱਖ ਦਿੰਦਾ। ਜਿੰਨੇ ਕਦਮ ਅਸੀਂ ਤੁਰਦੇ ਹਾਂ, ਉਨੀ ਵਾਰੀ ਸਾਨੂੰ ਦੁੱਖ ਮਿਲਦਾ। ਜਿੰਨੀ ਦੇਰ ਅਸੀਂ ਤੁਰਦੇ ਰਹਿੰਦੇ ਹਾਂ, ਸਾਨੂੰ ਉਹ ਚੁਭਦਾ ਰਹਿੰਦਾ ਹੈ, ਦੁੱਖ ਦਿੰਦਾ ਰਹਿੰਦਾ ਹੈ। ਜਿਉਂ ਜਿਉਂ ਚਲੈ, ਉਹ ਜਿਹੜੇ ਸਾਖਤ ਨੇ ਜਿਉਂ ਜਿਉਂ ਤੁਰਦੇ ਹਨ, ਚੁਭੈ ਕੰਡਾ ਚੁਭਦਾ ਹੈ, ਉਹਨਾਂ ਨੂੰ ਦੁੱਖ ਪਾਵੈ, ਉਹ ਸਾਖਤਾਂ ਨੂੰ ਦੁੱਖ ਮਿਲਦਾ ਹੈ। ਜਮਕਾਲ ਸਹੈ ਸਿਰ ਡੰਡਾ ਹੈ। ਜਮਕਾਲ ਦਾ ਅਰਥ ਹੈ ਆਤਮਿਕ ਮੌਤ। ਫਿਰ ਉਹਨਾਂ ਨੂੰ ਆਤਮਿਕ ਮੌਤ ਸਹਿਣੀ ਪੈਂਦੀ ਹੈ। ਸਤਿਗੁਰੂ ਕਹਿੰਦੇ ਹਨ ਆਤਮਿਕ ਮੌਤ ਦਾ ਡੰਡਾ ਹਰ ਵੇਲੇ ਉਹਨਾਂ ਦੇ ਸਿਰ ਦੇ ਉੱਤੇ ਲਟਕਦਾ ਰਹਿੰਦਾ ਹੈ, ਸਵਾਰ ਹੋਇਆ ਰਹਿੰਦਾ। ਜਿਉਂ ਜਿਉਂ ਤੁਰਦੇ ਹਨ, ਹਉਮੈ ਦਾ ਕੰਡਾ, ਹਉਮੈ ਦਾ ਸੁਭਾਅ ਵਰਤਦੇ ਹਨ, ਉਹਨਾਂ ਨੂੰ ਦੁੱਖ ਹੁੰਦਾ ਹੈ, ਚੁਭਦਾ ਹੈ, ਤੇ ਉਹਨਾਂ ਦੇ ਸਿਰ ਉੱਤੇ ਆਤਮਿਕ ਮੌਤ ਹਮੇਸ਼ਾ ਹੀ ਛਾਈ ਰਹਿੰਦੀ ਹੈ। ਆਤਮਿਕ ਮੌਤ ਦਾ ਡੰਡਾ ਉਹਨਾਂ ਦੇ ਸਿਰ ਦੇ ਉੱਤੇ ਲਟਕਦਾ ਰਹਿੰਦਾ।
ਹੁਣ ਸਾਕਤ ਦਾ ਅਰਥ ਹੈ ਜੋ ਪ੍ਰਭੂ ਨਾਲ ਨਾ ਜੁੜ ਕੇ, ਅਸਲ ਦੇ ਵਿੱਚ ਅਰਥ ਹੈ ਕਿ ਪ੍ਰਭੂ ਦੀਆਂ ਸ਼ਕਤੀਆਂ ਨਾਲ ਜੁੜ ਜਾਓ। ਇਸੇ ਕਰਕੇ ਇਹਦਾ ਓਰੀਜਨਲ ਵਰਡ ਜਿਹੜਾ ਹੈ ਉਹ ਸ਼ਾਕਤ ਹੈ। ਜਿਹੜਾ ਰੱਬ ਨਾਲ ਨਾ ਜੁੜੇ, ਰੱਬ ਦੀਆਂ ਸ਼ਕਤੀਆਂ ਨਾਲ, ਉਹ ਸ਼ਕਤੀਆਂ ਨੂੰ ਹੀ ਭਾਲਦਾ ਹੈ, ਸ਼ਕਤੀਆਂ ਦਾ ਹੀ ਸ਼ਰਧਾਲੂ ਹੁੰਦਾ ਹੈ, ਸ਼ਕਤੀਆਂ ਹੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦਾ ਹੈ, ਸ਼ਕਤੀਆਂ ਦੀ ਪੂਜਾ ਕਰਦਾ ਹੈ, ਉਹ ਸ਼ਕਤੀਆਂ ਨਾਲ ਹੀ ਜੁੜ ਜਾਂਦਾ, ਇਸ ਕਰਕੇ ਉਹਨਾਂ ਨੂੰ ਸ਼ਾਕਤ ਕਿਹਾ ਜਾਂਦਾ। ਤਾਂ ਜਿਹੜਾ ਰੱਬ ਨਾਲ ਨਾ ਜੁੜ ਕੇ ਰੱਬ ਦੀਆਂ ਸ਼ਕਤੀਆਂ ਨਾਲ ਜੁੜ ਗਿਆ, ਉਸ ਨੂੰ ਗੁਰਮਤਿ ਦੇ ਵਿੱਚ ਮਨਮੁਖ ਕਿਹਾ ਗਿਆ ਹੈ, ਰੱਬ ਨਾਲੋਂ ਟੁੱਟਿਆ ਹੋਇਆ ਕਿਹਾ ਗਿਆ। ਤਾਂ ਇੱਥੇ ਅਰਥ ਹੈ ਕਿ ਉਹ ਪ੍ਰਭੂ ਨਾਲੋਂ ਟੁੱਟਿਆ ਹੋਇਆ। ਹੁਣ ਇਹ ਜਿਹੜੀ ਸ਼ਕਤੀਆਂ ਨਾਲ ਜੁੜਨ ਦੀ ਜਾਂ ਪ੍ਰਭੂ ਨਾਲ ਟੁੱਟ ਕੇ ਸ਼ਕਤੀਆਂ ਨਾਲ ਜੁੜਨ ਦੀ ਜਿਹੜੀ ਸੋਚ ਹੈ, ਉਹ ਅਸਲ ਵਿੱਚ ਹਉਮੈ ਤੋਂ ਹੀ ਪੈਦਾ ਹੁੰਦੀ ਹੈ, ਕਿਉਂਕਿ ਉਹਦੇ ਮਨ ਵਿੱਚ ਇੱਛਾ ਹੁੰਦੀ ਹੈ ਕਿ ਮੈਂ ਵੱਧ ਤੋਂ ਵੱਧ ਸ਼ਕਤੀਆਂ, ਦਾਤਾਂ, ਹੋਰ ਚੀਜ਼ਾਂ ਪ੍ਰਾਪਤ ਕਰਾਂ ਤੇ ਹੋਰ ਵੱਡਾ ਬਣਾ। ਇਹ ਹਉਮੈ ਦੀ ਹੀ ਉਪਜ ਹੁੰਦੀ। ਤਾਂ ਸਾਕਤ ਨੂੰ ਹਉਮੈ ਦੇ ਨਾਲ ਰੱਤੇ ਹੋਏ ਜਿਹੜੇ ਮਨੁੱਖ ਨੇ, ਉਹਨਾਂ ਦੇ ਵਾਸਤੇ ਵੀ ਵਰਤਿਆ ਜਾਂਦਾ ਹੈ। ਤਾਂ ਫਿਰ ਇਹ ਜਿਹੜਾ ਸਾਕਤ ਹੁੰਦਾ ਹੈ, ਉਹ ਸ਼ਕਤੀਆਂ ਦੇ ਪਿੱਛੇ ਦੌੜਦਾ ਹੈ, ਉਹਦਾ ਜੀਵਨ ਇਸ ਹਉਮੈ ਦੇ ਅਧੀਨ ਹੀ ਚੱਲਦਾ ਜਾਂਦਾ। ਮੈਂ ਹੋਰ ਕਿਵੇਂ ਵੱਡਾ ਬਣਾ, ਮੈਨੂੰ ਕਿਵੇਂ ਧਨ ਬਹੁਤਾ ਪ੍ਰਾਪਤ ਹੋਵੇ, ਤਾਕਤ, ਰੁਤਬਾ। ਤਾਂ ਉਹ ਸ਼ਕਤੀਆਂ ਦਾ ਹੀ ਪੁਜਾਰੀ ਬਣ ਜਾਂਦਾ ਤੇ ਸ਼ਕਤੀਆਂ ਦੇ ਉਹ ਦੇਵਤੇ ਘੜ ਕੇ ਉਹਨਾਂ ਦੀ ਪੂਜਾ ਦੇ ਪਿੱਛੇ ਲੱਗਾ ਰਹਿੰਦਾ। ਅਜਿਹਾ ਜੋ ਬੰਦਾ ਹੈ, ਜੋ ਸਾਕਤ ਹੈ, ਉਹ ਹਰੀ ਨਾਲ ਤਾਂ ਜੁੜ ਹੀ ਨਹੀਂ ਸਕਦਾ, ਕਿਉਂਕਿ ਉਹਦਾ ਹਰੀ ਨਾਲ ਪ੍ਰੇਮ ਹੀ ਨਹੀਂ ਹੈ। ਉਹ ਤੇ ਉਹਨਾਂ ਚੀਜ਼ਾਂ ਨਾਲ ਜੁੜਿਆ ਜਿਹੜੀਆਂ ਹਰੀ ਦੀਆਂ ਬਣਾਈਆਂ ਹੋਈਆਂ, ਵਾਹਿਗੁਰੂ ਦੀਆਂ ਬਣਾਈਆਂ ਹੋਈਆਂ। ਤੇ ਮਨ ਉਹਦਾ ਹਉਮੈ ਦੇ ਵਿੱਚ ਹੈ ਕਿ ਮੈਂ ਬਹੁਤਾ ਕੁਝ ਲੈ ਕੇ ਬਹੁਤਾ ਕੁਝ ਬਣ ਜਾਵਾਂ। ਤਾਂ ਇਹੋ ਜਿਹੇ ਹੰਕਾਰ ਦੇ ਵਿਹੜੇ ਹੋਏ ਮਨੁੱਖ ਨੂੰ, ਜਿਹੜੇ ਨੇ ਉਹ ਪ੍ਰਭੂ ਨੂੰ ਛੱਡ ਕੇ ਸਾਕਤ ਬਣ ਜਾਂਦੇ ਹਨ, ਪਰ ਪ੍ਰਭੂ ਜੀ ਨਾਲ ਪ੍ਰੇਮ ਕੀਤੇ ਬਿਨਾਂ। ਸਤਿਗੁਰੂ ਕਹਿੰਦੇ ਹਨ ਕਿ ਜੀਵਨ ਦੇ ਵਿੱਚ ਦੁੱਖ ਦੀ ਭਰਮਾਰ ਹੋ ਜਾਂਦੀ, ਭਰਪੂਰ ਹੋ ਜਾਂਦਾ ਦੁੱਖ, ਕਿਉਂਕਿ ਹਉਮੈ ਦਾ ਜੀਵਨ ਜਿਉਂਦੇ ਹਨ, ਜੀਵਨ ਦੇ ਰਾਹ ਉੱਤੇ ਹਉਮੈ ਦੇ ਸਹਾਰੇ ਹੀ ਚੱਲਦੇ ਹਨ। ਤੇ ਹਉਮੈ ਉਹਨਾਂ ਨੂੰ ਦੁੱਖ ਦਿੰਦਾ, ਦੁੱਖ ਦਿੰਦੀ ਹੈ, ਹਰ ਵੇਲੇ ਦੁੱਖ ਦਿੰਦੀ ਹੈ, ਹਰ ਕਦਮ ਤੇ ਉਹਨਾਂ ਨੂੰ ਤੰਗ ਕਰਦੀ ਹੈ। ਇਹ ਦੁਖਦਾਈ ਹੋ ਜਾਂਦੀ ਹੈ। ਇਸੇ ਚੀਜ਼ ਨੂੰ ਸਤਿਗੁਰਾਂ ਨੇ ਕਿਹਾ ਕਿ ਤਿੰਨ ਅੰਤਰ ਹਉਮੈ ਕੰਡਾ ਹੈ, ਤੇ ਜਿਉਂ-ਜਿਉਂ ਚੱਲੈ ਚੁਭੈ ਦੁੱਖ ਪਾਉ। ਹੁਣ ਕੰਡੇ ਦਾ ਇਲਾਜ ਤੇ ਜੇ ਬੰਦੇ ਦੇ ਪੈਰ ਵਿੱਚ ਚੁਭਾ ਹੋਵੇ, ਬੰਦਾ ਕੰਡੇ ਦਾ ਇਲਾਜ ਤੇ ਨਾ ਕਰੇ, ਉਹਨੂੰ ਕੱਢੇ ਕੋਈ ਨਾ, ਪਰ ਤੁਰਨ ਉੱਤੇ ਹੀ, ਭੱਜਣ ਉੱਤੇ ਹੀ ਜ਼ੋਰ ਦਿੰਦਾ ਰਹੇ ਕਿ ਮੈਂ ਛੇਤੀ ਛੇਤੀ ਆਪਣਾ ਸਫ਼ਰ ਤੈਅ ਕਰ ਲਵਾਂ, ਤਾਂ ਉਹ ਪੂਰੇ ਦਾ ਪੂਰਾ ਸਫ਼ਰ ਦੁਖਦਾਈ ਹੋ ਜਾਂਦਾ। ਇਸੇ ਤਰ੍ਹਾਂ ਹੀ ਸਾਡੇ ਜੀਵਨ ਦਾ ਜੋ ਸਫ਼ਰ ਹੈ, ਜਿਉਂ-ਜਿਉਂ ਹਉਮੈ ਦੇ ਅੰਦਰ ਅਸੀਂ ਕਰਦੇ ਹਾਂ, ਇਹ ਦੁਖਦਾਈ ਹੋਇਆ ਰਹਿੰਦਾ ਹੈ। ਇਹ ਕੰਡਾ ਹਰ ਕਦਮ ਤੇ ਉਹਨੂੰ ਤੰਗ ਕਰਦਾ ਹੈ, ਔਰ ਅੰਤ ਵਿੱਚ ਉਹ ਜੀਵਨ ਵਿਅਰਥ ਕਰ ਦਿੰਦਾ ਹੈ। ਇਸੇ ਨੂੰ ਹੀ ਸਤਿਗੁਰੂ ਜੀ ਨੇ ਜਮਕਾਲ ਸਹੈ ਸਿਰ ਡੰਡਾ ਹੈ ਕਿਹਾ, ਕਿਉਂਕਿ ਉਸ ਵਿਅਕਤੀ ਦੀ ਆਤਮਿਕ ਮੌਤ ਹੋ ਜਾਂਦੀ ਹੈ, ਉਹਦੇ ਜੀਵਨ ਵਿੱਚ ਸੁੱਖ ਦੀ ਕੋਈ ਪ੍ਰਾਪਤੀ ਨਹੀਂ। ਤਾਂ ਬੰਦਾ ਆਤਮਿਕ ਤੌਰ ਤੇ ਮਰ ਹੀ ਜਾਂਦਾ ਹੈ। ਤੇ ਇਹ ਸਾਰਾ ਜੀਵਨ, ਸਾਰੀ ਭੱਜ ਦੌੜ ਤੋਂ ਬਾਅਦ, ਸਾਰੇ ਪਾਠ ਪੂਜਾ ਜੋ ਕਰਦਾ, ਸਭ ਕੁਝ ਕਰਨ ਤੋਂ ਬਾਅਦ ਵੀ ਉਹ ਜਿਹੜਾ ਜੀਵਨ ਹੈ ਉਹ ਵਿਅਰਥ ਹੋ ਜਾਂਦਾ ਹੈ। ਇਸ ਜੀਵਨ ਨੂੰ ਜਿਉਂਦਿਆਂ ਹੋਇਆਂ ਵੀ ਉਹ ਦੁਖੀ ਹੁੰਦਾ ਹੈ, ਤੇ ਸਾਰਾ ਜੀਵਨ ਵੀ ਉਹਦਾ ਵਿਅਰਥ ਚਲਾ ਜਾਂਦਾ ਹੈ। ਭਾਵ ਉਹਨੂੰ ਐਂਡ ਉੱਤੇ ਕੋਈ ਪ੍ਰਾਪਤੀ, ਜੀਵਨ ਸਫਰ ਸਮਾਪਤ ਹੋ ਜਾਂਦਾ ਹੈ, ਪਰ ਹੱਥ ਪੱਲੇ ਕੁਝ ਨਹੀਂ ਹੈ। ਦੂਜੇ ਪਾਸੇ ਸਤਿਗੁਰੂ ਜੀ ਦੂਜੀ ਗੱਲ ਸਾਨੂੰ ਦੱਸ ਰਹੇ ਹਨ ਕਿ ਹਰ ਜਨ ਹਰ ਹਰ ਨਾਮ ਸਮਾਣੇ, ਦੁੱਖ ਜਨਮ ਮਰਨ ਭਾਵ ਖੰਡਾ। ਜਿਨ੍ਹਾਂ ਨੇ ਕੀ ਕੀਤਾ, ਕਰ ਸਾਧੂ ਅੰਜਲੀ ਪੁੰਨ ਵੱਡਾ ਹੈ, ਕਰ ਡੰਡੌਤ ਪੁੰਨ ਵੱਡਾ ਹੈ। ਜਿਨ੍ਹਾਂ ਨੇ ਇਸ ਉਪਦੇਸ਼ ਦੇ ਉੱਤੇ ਅਮਲ ਕੀਤਾ, ਗੁਰੂ ਦੀ ਸ਼ਰਨ ਦੇ ਵਿੱਚ ਪਏ, ਹੁਣ ਸਤਿਗੁਰੂ ਜੀ ਕਹਿੰਦੇ ਹਨ ਉਹ ਹਰੀ ਦੇ ਪਿਆਰੇ ਹੋ ਗਏ। ਤਾਂ ਉਹਨਾਂ ਨੂੰ ਹਰ ਜਨ ਕਿਹਾ ਸਤਿਗੁਰੂ, ਹਰ ਜਨ ਹਰ ਹਰ ਨਾਮ ਸਮਾਣੇ, ਨਾਮ ਦੇ ਵਿੱਚ ਸਮਾ ਗਏ ਹਨ, ਲੀਨ ਹੋ ਗਏ। ਉਹ ਪ੍ਰਭੂ ਦੇ ਪਿਆਰੇ ਮਨੁੱਖ ਹਰੀ ਜਨ, ਉਹ ਹਰੀ ਦੇ ਨਾਮ ਦੇ ਵਿੱਚ, ਭਾਵ ਨਾਮ ਦੇ ਰਸ ਦੇ ਵਿੱਚ ਉਹ ਸਮਾ ਗਏ ਹਨ। ਦੁੱਖ ਜਨਮ ਮਰਨ ਭਾਵ ਖੰਡਾ ਹੈ। ਇਹ ਸੰਸਾਰ ਦਾ ਦੁੱਖ, ਜਨਮ ਮਰਨ ਦਾ ਦੁੱਖ, ਉਹਨਾਂ ਨੇ ਉਸ ਨਾਮ ਦੀ ਬਰਕਤ ਦੇ ਨਾਲ ਖੰਡਾ ਭਾਵ ਦੁੱਖ ਖਤਮ ਕਰ ਲਿਆ ਹੈ, ਨਾਸ਼ ਕਰ ਲਿਆ। ਹੁਣ ਉਹਨਾਂ ਦੇ ਜੀਵਨ ਵਿੱਚ ਸੁੱਖ ਹੀ ਸੁੱਖ ਹੈ। ਤੇ ਸਿਰਫ ਸੁੱਖ ਹੀ ਸੁੱਖ ਨਹੀਂ, ਇੱਕ ਪਾਸੇ ਤਾਂ ਉਹਨਾਂ ਦਾ ਜੀਵਨ ਜਿਹੜਾ ਹੈ ਉਹਦੇ ਵਿੱਚ ਸੁੱਖ ਆ ਗਿਆ ਹੈ, ਕਿਉਂਕਿ ਉਹ ਹਰੀ ਦੇ ਨਾਮ ਦੇ ਵਿੱਚ ਸਮਾ ਗਏ ਹਨ। ਤੇ ਅੱਗੇ ਸਤਿਗੁਰੂ ਕਹਿੰਦੇ ਹਨ, ਅਬਨਾਸੀ ਪੁਰਖ ਪਾਇਆ ਪਰਮੇਸ਼ਰ, ਬਸੋਭ ਖੰਡ
ਬ੍ਰਹਿਮੰਡਾ ਹੈ। ਅਬਨਾਸੀ ਭਾਵ ਜਿਹਦਾ ਨਾਸ ਨਾ ਹੋਵੇ। ਪੁਰਖ ਦਾ ਅਰਥ ਜੋ ਹਰ ਥਾਂ ਤੇ ਸਮਾਇਆ ਹੋਵੇ, ਸਰਵ ਵਿਆਪਕ ਹੈ। ਪਰਮੇਸ਼ਰ ਬਹੁਤ ਸ਼ੋਭਾ ਉਹਨਾਂ ਦੀ ਬਹੁਤ ਵੱਡੀ ਫੈਲ ਜਾਂਦੀ ਹੈ। ਖੰਡ ਬ੍ਰਹਿਮੰਡਾ, ਖੰਡਾ ਬ੍ਰਹਿਮੰਡਾ ਭਾਵ ਪੂਰੇ ਜਗਤ ਦੇ ਵਿੱਚ ਉਹਨਾਂ ਦੀ ਸ਼ੋਭਾ ਜੋ ਹੈ ਉਹ ਫੈਲ ਜਾਂਦੀ ਹੈ। ਸਭ ਪਾਸੇ ਉਹਨਾਂ ਦੀ ਸ਼ੋਭਾ ਸੁਣਨ ਨੂੰ ਮਿਲਦੀ। ਹੁਣ ਇੱਕ ਪਾਸੇ ਸਤਿਗੁਰਾਂ ਨੇ ਸਾਕਤ ਦੀ ਉਦਾਹਰਨ ਦੇ ਕੇ ਸਾਨੂੰ ਸਮਝਾਇਆ ਕਿ ਉਹਨਾਂ ਦਾ ਕੀ ਹਸ਼ਰ ਹੁੰਦਾ ਹੈ, ਤੇ ਦੂਜੇ ਪਾਸੇ ਉਹਨਾਂ ਦੀ ਗੱਲ ਕੀਤੀ ਹੈ ਜਿਹੜੇ ਗੁਰੂ ਦੀ ਸ਼ਰਨ ਵਿੱਚ ਪੈ ਗਏ ਹਨ, ਜਿਨ੍ਹਾਂ ਦੇ ਮੱਥੇ ਤੇ ਪੂਰਬਲੇ ਸੰਜੋਗ ਲਿਖਤ ਭਾਗ ਲਿਖੇ ਸਨ ਅਕਾਲ ਪੁਰਖ ਨੇ। ਉਹਨਾਂ ਨੂੰ ਗੁਰੂ ਦੀ ਪ੍ਰਾਪਤੀ ਹੋਈ, ਫਿਰ ਉਹਨਾਂ ਨੇ ਉਦਮ ਕਰਕੇ ਆਪਣੇ ਜੀਵਨ ਨੂੰ ਗੁਰੂ ਦੀ ਸਿੱਖਿਆ ਦੇ ਅਨੁਸਾਰ ਹੀ ਬਣਾਇਆ। ਅਜਿਹੇ ਭਾਗਾਂ ਵਾਲੇ, ਅਜਿਹੇ ਪਿਆਰੇ ਹਰੀਜਨ, ਪਿਆਰੇ ਪ੍ਰਭੂ ਦੇ ਨਾਮ ਦੇ ਵਿੱਚ ਜੁੜ ਗਏ। ਨਾਮ ਵਿੱਚ ਜੁੜਨ ਦਾ ਅਰਥ ਕੀ ਹੋਇਆ ਕਿ ਉਹ ਨਾਮ ਦੇ ਰੰਗ ਵਿੱਚ ਹੀ ਰੰਗੇ ਗਏ। ਹਰ ਨਾਮ ਸਮਾ ਕੇ, ਤੇ ਨਾਮ ਦੇ ਵਿੱਚ ਸਮਾ ਕੇ ਉਹ ਗੁਰੂ ਦੀ ਕਿਰਪਾ ਦੇ ਨਾਲ ਜਨਮ ਮਰਨ ਦਾ ਦੁੱਖ ਪ੍ਰਭੂ ਦੀ ਕਿਰਪਾ ਨਾਲ, ਗੁਰੂ ਦੀ ਮਿਹਰ ਦੇ ਨਾਲ ਉਹਨਾਂ ਨੇ ਕੱਟ ਲਿਆ। ਅਜਿਹੇ ਭਾਗਾਂ ਵਾਲੇ ਮਨੁੱਖ ਆਪਣਾ ਜੀਵਨ ਸਫਲ ਕਰ ਲੈਂਦੇ। ਉਹਨਾਂ ਨੂੰ ਉਹ ਸਦਾ ਥਿਰ, ਸਦਾ ਰਹਿਣ ਵਾਲਾ, ਕਦੇ ਨਾਸ਼ ਨਾ ਹੋਣ ਵਾਲਾ ਪ੍ਰਭੂ, ਅਬਨਾਸੀ ਪੁਰਖ, ਉਹ ਜੋ ਕੁਦਰਤ ਦੇ ਵਿੱਚ ਸਮਾਇਆ ਹੋਇਆ ਹੈ, ਹਰ ਜਗ੍ਹਾ ਤੇ ਸਰਵ ਵਿਆਪਕ ਹੈ, ਉਹਦੀ ਪ੍ਰਾਪਤੀ ਹੋ ਗਈ ਤੇ ਉਹਨਾਂ ਦੀ ਸ਼ੋਭਾ ਜਗਤ ਦੇ ਵਿੱਚ ਫੈਲ ਗਈ। ਹੁਣ ਇੱਕ ਪਾਸੇ ਉਹ ਭਾਗੇ ਹਨ ਜਿਹੜੇ ਹਉਮੈ ਦੇ ਅਧੀਨ ਜੀਵਨ ਜਿਉਂਦੇ ਹਨ, ਜੀਵਨ ਭਰ ਦੁੱਖ ਪਾਉਂਦੇ ਹਨ, ਜੀਵਨ ਨੂੰ ਵਿਅਰਥ ਵੀ ਕਰ ਲੈਂਦੇ ਹਨ, ਤੇ ਦੂਜੇ ਪਾਸੇ ਐਸੇ ਵੱਡ ਭਾਗੇ ਮਨੁੱਖ ਹਨ ਜਿਹੜੇ ਹਰ ਨਾਮ ਦੇ ਵਿੱਚ ਸਮਾ ਕੇ ਉਹਦੇ ਵਿੱਚ ਲੀਨ ਹੋ ਕੇ ਆਨੰਦਮਈ ਜੀਵਨ ਜਿਉਂਦੇ ਹਨ, ਜੀਵਨ ਸਫਲ ਵੀ ਕਰ ਲੈਂਦੇ ਹਨ, ਤੇ ਉਹਨਾਂ ਦੀ ਸ਼ੋਭਾ ਵੀ ਹਰ ਭਲਾ ਆਦਮੀ ਕਰਦਾ। ਹੁਣ ਇਹ ਦੋ ਕੰਟਰਾਸਟ ਸਾਡੇ ਸਾਹਮਣੇ ਸਤਿਗੁਰੂ ਜੀ ਨੇ ਰੱਖ ਦਿੱਤੇ ਕਿ ਭਾਈ ਇਹ ਫਰਕ ਹੈ ਇੱਕ ਸਾਖਤ ਦੇ ਵਿੱਚ ਤੇ ਗੁਰਮੁਖ ਦੇ ਵਿੱਚ। ਤਾਂ ਫਿਰ ਤੈਨੂੰ ਕੀ ਕਰਨਾ ਚਾਹੀਦਾ ਹੈ ਭਾਈ? ਤੂੰ ਵੀ ਇਹੀ ਕੰਮ ਕਰ ਜੋ ਉਹਨਾਂ ਨੇ ਕੀਤਾ ਹੈ, ਜਿਨ੍ਹਾਂ ਨੇ ਆਪਣਾ ਜਨਮ ਮਰਨ ਦਾ ਦੁੱਖ ਕੱਟਿਆ ਹੈ, ਜਿਨ੍ਹਾਂ ਦੀ ਸ਼ੋਭਾ ਸਾਰੇ ਪਾਸੇ ਫੈਲੀ ਹੋਈ ਹੈ। ਤੂੰ ਵੀ ਇਹੀ ਕੰਮ ਕਰ ਕਿ ਗੁਰੂ ਅੱਗੇ ਢਹਿ ਪੈ, ਗੁਰੂ ਅੱਗੇ ਹੱਥ ਜੋੜ ਕਰ ਸਾਧੂ ਅੰਜਲੀ, ਪੁੰਨ ਵੱਡਾ ਹੈ, ਕਰ ਡੰਡੌਤ ਪੁੰਨ ਵੱਡਾ। ਹੁਣ ਸਤਿਗੁਰੂ ਜੀ ਆਖਰੀ ਬੰਦ ਦੇ ਵਿੱਚ ਸਾਨੂੰ ਜੋ ਉਪਦੇਸ਼ ਦੇ ਰਹੇ ਹਨ ਉਹ ਹੈ, ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾ। ਮਸਕੀਨ ਦਾ ਅਰਥ ਹੈ ਜਦੋਂ ਬੰਦਾ ਆਜ਼ਿਜ਼ ਹੋ ਜਾਂਦਾ ਹੈ, ਮੰਗਣ ਲੱਗ ਪੈਂਦਾ ਹੈ, ਮੰਗਤਾ ਬਣ ਜਾਂਦਾ ਹੈ, ਤਾਂ ਉਸ ਨੂੰ ਮਸਕੀਨ ਕਿਹਾ ਜਾਂਦਾ ਹੈ। ਹਰ ਰਾਖ ਰਾਖ ਰੱਖਿਆ ਕਰ, हे ਪ੍ਰਭੂ ਮੇਰੀ ਰੱਖਿਆ ਕਰ, ਇਹ ਮੰਗਦਾ ਹੈ ਅਕਾਲ ਪੁਰਖ ਤੋਂ। ਤੋ हे ਪ੍ਰਭੂ ਅਸੀਂ ਤੇਰੇ ਦਰ ਤੇ ਬੜੇ ਗਰੀਬ, ਆਜਿਜ਼, ਨਿਮਾਣੇ ਮੰਗਤੇ ਹਾਂ, ਤੇ ਤੂੰ ਸਭ ਤੋਂ ਵੱਡਾ ਸਹਾਈ ਹੈ, ਵੱਡ ਵੱਡਾ ਹੈ, ਤੂੰ ਸਭ ਤੋਂ ਵੱਡਾ ਹੈ, ਰੱਖਣ ਵਾਲਾ ਸਭ ਤੋਂ ਵੱਡਾ ਤੂੰ ਹੈ, ਤੇ ਤੂੰ ਸਾਨੂੰ ਬਚਾ ਲੈ, ਸਾਨੂੰ ਰੱਖ ਲੈ। ਰੱਖ ਲੈ ਦਾ ਕੀ ਅਰਥ ਹੈ? ਜਿਹੜਾ ਸਤਿਗੁਰੂ ਜੀ ਨੇ ਸ਼ੁਰੂ ਵਿੱਚ ਸਾਨੂੰ ਸਮਝਾਇਆ ਸੀ ਕਿ ਅਸੀਂ ਆਪਣਾ ਜੀਵਨ ਗਵਾ ਨਾ ਬਈਏ, ਵਿਅਰਥ ਨਾ ਗਵਾ ਬਈਏ। ਉਹ ਜੋ ਕਾਮ ਕ੍ਰੋਧ ਨਗਰ ਬਹੁ ਭਰਿਆ, ਇਸ ਅਵਸਥਾ ਤੋਂ ਤੂੰ ਸਾਨੂੰ ਰੱਖ ਲੈ। ਸਾਡੇ ਜੀਵਨ ਦੇ ਵਿੱਚੋਂ ਕਾਮ ਆਦਿਕ ਜਿਹੜੇ ਵਿਕਾਰ ਸਾਡੇ ਜੀਵਨ ਨੂੰ ਡੋਮੀਨੇਟ ਕਰਕੇ ਇੱਥੇ ਘਰ ਬਣਾ ਕੇ ਬਹਿ ਗਏ ਹਨ, ਤੇ ਅਕਾਲ ਪੁਰਖ ਅੱਗੇ, ਗੁਰੂ ਅੱਗੇ ਅਰਦਾਸ ਕਰ, ਨਿਮਾਣਾ ਬਣ ਕੇ, ਗਰੀਬ ਬਣ ਕੇ, ਮੰਗਤਾ ਬਣ ਕੇ ਕਿ ਮੈਨੂੰ ਰੱਖ ਲੈ, ਮੈਨੂੰ ਰੱਖ ਲੈ, ਤੂੰ ਬਹੁਤ ਵੱਡਾ ਹੈ, ਤੂੰ ਸਭ ਤੋਂ ਵੱਡਾ ਰੱਖਣ ਵਾਲਾ ਹੈ, ਮੈਨੂੰ ਇਹਨਾਂ ਵਿਕਾਰਾਂ ਭਰੇ ਜੀਵਨ ਤੋਂ ਛੁਟਕਾਰਾ ਦੇ ਦੇ, ਮੈਨੂੰ ਵਿਕਾਰਾਂ ਤੋਂ ਰੱਖ ਲੈ। ਜਨ ਨਾਨਕ ਨਾਮ ਆਧਾਰ ਟੇਕ ਹੈ। ਆਧਾਰ ਦਾ ਹੁੰਦਾ ਹੈ ਅਸਰ ਆਸਰਾ। ਜਨ ਨਾਨਕ ਨਾਮ ਆਧਾਰ ਆਸਰਾ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੈ। ਹਰ ਨਾਮੇ ਹੀ ਭਾਵ ਹਰੀ ਨਾਮ ਦੇ ਵਿੱਚ ਹੀ ਸੁਖ ਮੰਡਾ ਭਾਵ ਮਿਲਿਆ। हे ਪ੍ਰਭੂ ਤੇਰੇ ਦਾਸ ਨਾਨਕ ਨੂੰ ਤੇਰੇ ਨਾਮ ਦਾ ਹੀ ਆਸਰਾ ਹੈ, ਨਾਮ ਦੀ ਹੀ ਟੇਕ ਹੈ, ਨਾਮ ਦਾ ਹੀ ਸਹਾਰਾ ਹੈ। ਤੇਰੇ ਨਾਮ ਵਿੱਚ ਜੁੜਿਆ ਹੀ ਸੁਖ ਮਿਲਦਾ ਹੈ, ਹੋਰ ਕੋਈ ਸੁਖ ਦਾ ਸਾਧਨ ਨਹੀਂ।
ਜਦੋਂ ਅਸੀਂ ਪ੍ਰਭੂ ਦੇ ਨਾਮ ਦੇ ਵਿੱਚ ਜੁੜਦੇ ਹਾਂ, ਸਾਡੇ ਮਨ ਦੀ ਅਵਸਥਾ ਆਨੰਦਮਈ, ਸੁਖਮਈ ਹੋ ਜਾਂਦੀ ਹੈ। ਹੁਣ ਇਹਦੇ ਵਿੱਚ ਵੀ ਸਤਿਗੁਰੂ ਜੀ ਉਪਦੇਸ਼ ਤਾਂ ਬਿਲਕੁਲ ਉਹੀ ਦੇ ਰਹੇ ਹਨ ਜੋ ਰਹਾਉ ਦੀ ਪੰਕਤੀ ਦੇ ਵਿੱਚ ਦਿੱਤਾ ਹੈ। ਉੱਥੇ ਵੀ ਸਤਿਗੁਰੂ ਕਹਿ ਰਹੇ ਹਨ ਕਿ ਗੁਰੂ ਦੀ ਸ਼ਰਨ ਵਿੱਚ ਪੈ ਜਾ, ਹੱਥ ਜੋੜ, ਢਹਿ ਪੈ। ਤੇ ਇੱਥੇ ਸਤਿਗੁਰੂ ਸਾਨੂੰ ਇੱਕ ਪ੍ਰੈਕਟੀਕਲ ਤਰੀਕੇ ਦੇ ਨਾਲ ਜਾਚ ਸਿਖਾ ਰਹੇ ਹਨ। ਆਪ ਉਹ ਦਾਤ ਮੰਗ ਕੇ ਸਾਨੂੰ ਡੈਮੋਨਸਟ੍ਰੇਟਿਵ ਤਰੀਕੇ ਦੇ ਨਾਲ ਸਾਨੂੰ ਸਮਝਾ ਰਹੇ ਹਨ ਕਿ ਤੂੰ ਹੀ ਭਾਈ ਇਹ ਕੰਮ ਕਰਨਾ ਹੈ ਜੋ ਮੈਂ ਤੈਨੂੰ ਕਰਕੇ ਦਿਖਾ ਰਿਹਾ ਹਾਂ। ਉਸ ਪ੍ਰਭੂ ਦੇ ਦਰ ਦੇ ਉੱਤੇ ਢਹਿ ਪੈ, ਹੱਥ ਜੋੜ, ਨਿਮਾਣਾ ਬਣ ਤੇ ਮੰਗ ਮੰਗ ਕੇ ਹਮ ਗਰੀਬ ਮਸਕੀਨ ਪ੍ਰਭ ਤੇਰੇ। ਅਸੀਂ ਤੇਰੇ ਦਰ ਤੇ ਗਰੀਬ ਮੰਗਤੇ ਹਾਂ। हे ਪ੍ਰਭੂ, हे ਗੁਰੂ, ਤੂੰ ਰੱਖਣ ਵਾਲਾ ਹੈ, ਬਹੁਤ ਵੱਡਾ ਹੈ, ਸਭ ਤੋਂ ਵੱਡਾ ਰਖਵਾਲਾ ਹੈ। ਤੂੰ ਸਾਨੂੰ ਰੱਖ ਲੈ। ਸਾਡੇ ਜੀਵਨ ਦੇ ਵਿੱਚੋਂ ਉਹਨਾਂ ਕਾਮ ਆਦਿਕ ਜਿਹੜੇ ਵਿਕਾਰ ਹਨ, ਜਿਹੜੇ ਸਾਡੇ ਸਰੀਰ ਦੇ ਵਿੱਚ ਪੱਕਾ ਘਰ ਬਣਾ ਕੇ ਇਹਨੂੰ ਭਰ ਕੇ ਬਹਿ ਗਏ ਹਨ, ਹੋਰ ਕਿਸੇ ਚੀਜ਼ ਨੂੰ ਅੰਦਰ ਨਹੀਂ ਵੜਨ ਦਿੰਦੇ, ਇੰਨੇ ਤਾਕਤਵਰ ਹੋ ਜਾਂਦੇ ਹਨ। ਤਾਂ ਉਹ ਜੋ ਵਸੇ ਹਨ ਉਹਨਾਂ ਤੋਂ ਰਾਖ ਰਾਖ ਵੱਡ ਵੱਡਾ ਹੈ। हे ਵੱਡੇ ਰੱਖਣ ਵਾਲੇ, ਤੂੰ ਸਾਨੂੰ ਰੱਖ ਲੈ ਇਹਨਾਂ ਵਿਕਾਰਾਂ ਤੋਂ, ਸਾਡੇ ਜੀਵਨ ਨੂੰ ਇਹਨਾਂ ਵਿਕਾਰਾਂ ਦੇ ਕੰਟਰੋਲ ਵਿੱਚ, ਇਹਨਾਂ ਦੇ ਗਲਬੇ ਤੋਂ, ਇਹਨਾਂ ਦੀ ਡੋਮੀਨੇਸ਼ਨ ਤੋਂ ਬਚਾ ਲੈ। ਅਸੀਂ ਤੇਰੇ ਦਰ ਤੇ ਮੰਗਤੇ ਹਾਂ। ਸਾਡਾ ਤਾਂ ਸਹਾਰਾ ਤਾਂ ਸਿਰਫ ਤੇਰਾ ਨਾਮ ਹੀ ਹੈ। ਤੂੰ ਹੀ ਹੈ ਤੇ ਤੇਰਾ ਨਾਮ ਹੀ ਹੈ, ਹੋਰ ਤਾਂ ਸਾਡਾ ਕੋਈ ਸਹਾਰਾ ਨਹੀਂ। ਕਿਉਂਕਿ ਸਾਰੇ ਹੀ ਸੁੱਖ ਹਰੀ ਨਾਮ ਦੇ ਵਿੱਚ ਹਨ, ਤੇਰੇ ਸਿਮਰਨ ਦੇ ਵਿੱਚ ਹਨ, ਤੇਰੀ ਸ਼ਰਨ ਵਿੱਚ ਪੈਣ ਦੇ। ਤੋ ਜਿਹੜਾ ਉਪਦੇਸ਼, ਮੁੱਖ ਉਪਦੇਸ਼ ਸਤਿਗੁਰੂ ਜੀ ਨੇ ਸਾਨੂੰ ਰਹਾਉ ਦੇ ਪੰਥ ਵਿੱਚ ਦਿੱਤਾ ਹੈ ਕਿ ਗੁਰੂ ਦੀ ਸ਼ਰਨ ਦੇ ਵਿੱਚ ਪੈ ਭਲਾ ਕੰਮ ਹੈ, ਕਰ ਸਾਧੂ ਅੰਜਲੀ ਪੁਨ ਵੱਡਾ ਹੈ, ਕਰ ਡੰਡੌਤ ਪੁਨ ਵੱਡਾ ਹੈ। ਇਹੀ ਸ਼ਬਦ ਵਿੱਚ ਸਾਨੂੰ ਅਖੀਰਲੇ ਬੰਦ ਦੇ ਵਿੱਚ ਸਤਿਗੁਰੂ ਨੇ ਆਪ ਸਾਨੂੰ ਇਸ ਚੀਜ਼ ਦੀ ਡੈਮੋਨਸਟ੍ਰੇਸ਼ਨ ਦਿੱਤੀ ਹੈ। ਡੈਮੋਨਸਟ੍ਰੇਟਿਵ ਤਰੀਕੇ ਦੇ ਨਾਲ ਸਮਝਾਇਆ ਹੈ ਕਿ ਅਸੀਂ ਕਿਸ ਢੰਗ ਦੇ ਨਾਲ ਅਕਾਲ ਪੁਰਖ ਤੋਂ ਮੰਗ ਮੰਗਣੀ ਹੈ, ਕਿਸ ਢੰਗ ਦੇ ਨਾਲ ਉਸ ਅਕਾਲ ਪੁਰਖ ਦੀ ਸ਼ਰਨ ਦੇ ਵਿੱਚ ਪੈਣਾ ਹੈ, ਔਰ ਉਹਦੇ ਸ਼ਰਨ ਦੇ ਵਿੱਚ ਪੈ ਕੇ ਹਰੀ ਦੇ ਨਾਮ ਦੀ, ਉਹਦੀ ਕਿਰਪਾ ਦੀ, ਉਹਦੇ ਰੱਖੇ ਜਾਣ ਦੀ ਮੰਗ ਮੰਗਣੀ। ਤੋ ਜੇ ਆਪਾਂ ਦੇਖੀਏ ਕਿ ਹੁਣ ਤੱਕ ਸਤਿਗੁਰੂ ਜੀ ਨੇ ਸਾਨੂੰ ਇਹ ਚਾਰਾਂ ਸ਼ਬਦਾਂ ਦੇ ਵਿੱਚ ਬਰੀਫਲੀ ਆਪਾਂ ਦੇਖੀਏ, ਪਹਿਲੇ ਸ਼ਬਦ ਦੇ ਵਿੱਚ ਸਤਿਗੁਰੂ ਨੇ ਕਿਹਾ ਸੀ ਕਿ ਭਾਈ ਤੇਰਾ ਜੀਵਨ ਬੜਾ ਸੀਮਿਤ ਹੈ, ਤੇਰਾ ਵਕਤ ਲਿਖਿਆ ਹੋਇਆ ਹੈ, ਸੰਬਤ ਸਾਹਾ ਲਿਖਿਆ ਹੋਇਆ ਹੈ, ਤੇ ਇਸ ਕਰਕੇ ਤੂੰ ਉਦਮ ਕਰ। ਪਰ ਇਹ ਜਿੱਥੇ ਇੱਕ ਡਰਾਉਣ ਵਾਲੀ ਗੱਲ ਹੈ ਕਿ ਮੇਰਾ ਮੌਕਾ ਨਿਕਲਦਾ ਜਾ ਰਿਹਾ ਹੈ, ਇਹ ਸੁੱਖ ਵਾਲੀ ਗੱਲ ਵੀ ਹੈ, ਇਹ ਸੋਹਲੇ ਗਾਉਣ ਵਾਲੀ ਗੱਲ ਵੀ ਹੈ ਕਿ ਮੇਰਾ ਉਹ ਸਮਾਂ ਨੇੜੇ ਆ ਰਿਹਾ ਹੈ ਜਦੋਂ ਮੈਂ ਆਪਣੇ ਜੀਵਨ ਨੂੰ ਸਫਲ ਕਰਨ ਦੀ ਮੰਜ਼ਿਲ ਤੱਕ ਪਹੁੰਚ ਸਕਦਾ। ਤਾਂ ਸਤਿਗੁਰੂ ਜੀ ਕਹਿੰਦੇ ਹਨ ਕਿ ਉਹ ਸਦਾ ਸੁਖ ਹੋਏ, ਜਿਤ ਸੋਹਿਲਾ ਸਦਾ ਸੁਖ ਹੋਏ, ਉਹਦੀ ਅਵਸਥਾ ਦੇ ਤੱਕ ਸਤਿਗੁਰੂ ਜੀ ਕਹਿੰਦੇ ਹਨ ਤੂੰ ਪਹੁੰਚ ਸਕਦਾ ਹੈ। ਤੇਰਾ ਇਹ ਜੀਵਨ ਬੜਾ ਕੀਮਤੀ ਹੈ, ਇੱਥੋਂ ਤੂੰ ਇਹ ਸਮਝ ਤੇਰੇ ਪਾਸ ਟਾਈਮ ਕੋਈ ਨਹੀਂ, ਹਰ ਰੋਜ਼ ਤੈਨੂੰ ਸੱਦੇ ਪੈ ਰਹੇ ਹਨ ਤੇ ਤੂੰ ਤਿਆਰੀ ਰੱਖ ਆਪਣੀ, ਜਿਹੜਾ ਤੂੰ ਕੰਮ ਕਰਨ ਆਇਆ ਹੈ ਉਹਦੇ ਵਿੱਚ ਲੱਗ। ਦੂਜੇ ਸ਼ਬਦ ਦੇ ਵਿੱਚ ਸਤਿਗੁਰਾਂ ਨੇ ਜੋ ਸਾਨੂੰ ਸਿੱਖਿਆ ਦਿੱਤੀ ਸੀ ਉਹ ਇਹ ਸੀ ਕਿ ਵੀ ਜੇ ਉਦਮ ਕਰਨਾ ਹੈ ਤਾਂ ਮਤਲਬ ਇਹ ਨਾ ਤੈਨੂੰ ਕਸਵੱਟੀ ਅਸੀਂ ਦੇ ਰਹੇ ਕਿ ਤੂੰ ਉਹ ਹੈ, ਇਸ ਤੋਂ ਇਲਾਵਾ ਹੋਰ ਕੁਝ ਨਹੀਂ। ਤੋ ਇਸ ਤਰ੍ਹਾਂ ਸਤਿਗੁਰੂ ਜੀ ਨੇ ਦੂਜੇ ਸ਼ਬਦ ਦੇ ਵਿੱਚ ਸਾਨੂੰ ਇਹ ਸਿੱਖਿਆ ਦਿੱਤੀ। ਸਤਿਗੁਰੂ ਜੀ ਨੇ ਕਿਹਾ ਕਿ ਜਿਸ ਹਾਲਤ ਦੇ ਵਿੱਚ, ਜਿਸ ਘਰ ਦੇ ਵਿੱਚ, ਜਿਸ ਸੰਗਤ ਦੇ ਵਿੱਚ ਪ੍ਰਭੂ ਦੀ ਉਸਤਤ ਹੁੰਦੀ ਹੈ ਤੂੰ ਉੱਥੇ ਜੁੜਨਾ ਹੈ, ਤੇਰਾ ਭਲਾ ਇਸੇ ਵਿੱਚ ਹੈ। ਤੇ ਤੀਜੇ ਸ਼ਬਦ ਦੇ ਵਿੱਚ ਸਤਿਗੁਰਾਂ ਨੇ ਸਾਨੂੰ ਇਹ ਅਹਿਸਾਸ ਕਰਾ ਦਿੱਤਾ ਕਿ ਪ੍ਰਭੂ ਨਾਲ ਜੁੜਨਾ, ਅਕਾਲ ਪੁਰਖ ਦੇ ਨਾਲ ਜੁੜਨਾ, ਇਹ ਕਰਮ ਕਾਂਡ ਜਾਂ ਪੂਜਾ ਦੇ ਢੰਗਾਂ ਦੀ ਇਹਦਾ ਮਸਲਾ ਨਹੀਂ ਹੈ। ਉਹ ਮਸਲਾ ਹੈ ਤਾਂ ਕੀ ਹੈ ਕਿ ਉਹਦੇ ਨਾਲ ਜੁੜਨ ਦਾ, ਉਹਦੇ ਭਾਣੇ ਦੇ ਵਿੱਚ ਚੱਲਣਾ। ਗੁਰ ਸਾਖੀ ਜੋਤ ਪ੍ਰਗਟ ਹੋਏ, ਜੋ ਤਿਸ ਭਾਵੈ ਸੋ ਆਰਤੀ। तो सतगुरु ने कहा कि असल आरती, असल पूजा, असल प्रेम, असल समर्पण वो है कि उस अकाल पुरख के भाने दे विच, उहदे हुक्म दे विच अपने जीवन नूं चलाउणा,
ਉਹਦੇ ਹੁਕਮੀ ਜੀਵਨ ਜਿਉਣਾ, ਉਹਦੀ ਹਜ਼ੂਰੀ ਦਾ ਜੀਵਨ ਜਿਉਣਾ। ਤੇ ਨਾਲ ਸਤਿਗੁਰਾਂ ਨੇ ਸਾਨੂੰ ਸਮਝਾਇਆ ਕਿ ਤੂੰ ਜਦ ਤੱਕ ਉਸ ਪ੍ਰਭੂ ਦੇ ਨਾਮ ਦੇ ਨਾਲ ਨਹੀਂ ਜੁੜਦਾ, ਜਦੋਂ ਤੱਕ ਤੁਸੀਂ ਉਸ ਚੀਜ਼ ਦੇ ਨਾਲ ਨਹੀਂ ਜੁੜਦੇ ਜਿਹੜੀ ਤੁਹਾਡੇ ਮਨ ਨੂੰ ਪਰਮ ਸੁਖ ਦੇ ਸਕਦੀ ਹੈ, ਹਰ ਚਰਨ ਕਮਲ ਮਕਰੰਦ ਲੋਭਿਤ ਮਨੋ ਅੰਧਨੋ ਮੋਹਿ ਆਹੀ ਪਿਆਸਾ। ਤੇ ਅੰਤਮ ਬੇਨਤੀ ਇਸ ਸ਼ਬਦ ਦੇ ਵਿੱਚ ਸਤਿਗੁਰੂ ਕਰਦੇ ਹਨ ਕਿ ਕਿਰਪਾ ਜਲ ਦੇ ਨਾਨਕ ਸਾਰੰਗ ਕੋ ਹੋਏ ਜਾਂਤੇ ਤੇਰਾ ਨਾਮ। ਮੇਰੇ ਤੇ ਮਿਹਰ ਕਰ ਹੈ ਪ੍ਰਭੂ, ਇਸ ਨਾਨਕ ਰੂਪੀ ਸਾਰੰਗ ਦੇ ਉੱਤੇ ਮਿਹਰ ਕਰ, ਕਿਰਪਾ ਦਾ ਜਲ ਦੇ, ਤਾਂ ਕਿ ਮੈਂ ਹਮੇਸ਼ਾ ਤੇਰੇ ਨਾਂ ਦੇ ਵਿੱਚ ਹੀ ਮੇਰਾ, ਤੇਰੇ ਨਾਮ ਦੇ ਵਿੱਚ ਹੀ ਮੇਰਾ ਟਿਕਾਣਾ ਬਣਿਆ। ਤੋ ਇਸ ਤਰ੍ਹਾਂ ਸਤਿਗੁਰੂ ਜੀ ਤੀਜੇ ਸ਼ਬਦ ਤੱਕ ਸਾਨੂੰ ਉਸ ਪ੍ਰਭੂ ਦੇ ਨਾਮ ਨਾਲ ਜੋੜਨ ਦੇ ਲਈ ਹੋਰ ਸਾਰੀਆਂ ਚੀਜ਼ਾਂ ਨੂੰ ਤਿਆਗ ਕੇ ਦੋ ਸਿੱਖਿਆਵਾਂ ਦਿੱਤੀਆਂ ਕਿ ਹਜ਼ੂਰੀ ਦਾ, ਹੁਕਮ ਦਾ ਜੀਵਨ ਜਿਉਣਾ ਹੈ ਔਰ ਉਹਦੇ ਨਾਮ ਦੇ ਨਾਲ ਜੁੜਨਾ ਹੈ। ਤੇ ਅੰਤ ਦੇ ਵਿੱਚ ਜਿਹੜਾ ਸ਼ਬਦ ਦੀ ਆਪਾਂ ਅੱਜ ਵਿਚਾਰ ਕੀਤੀ ਹੈ, ਉਹਦੇ ਵਿੱਚ ਸਤਿਗੁਰਾਂ ਨੇ ਸਾਨੂੰ ਸਮਝਾਇਆ ਹੈ ਕਿ ਭਾਈ ਜੀਵਨ ਨੂੰ ਸਫਲ ਕਰਨਾ ਹੈ ਤਾਂ ਇੱਕੋ ਹੀ ਰਾਹ ਹੈ, ਉਸ ਸਤਿਗੁਰੂ ਦੀ ਸ਼ਰਨ ਦੇ ਵਿੱਚ ਪੈ ਜਾ, ਉਹਦੇ ਅੱਗੇ ਆਜਿਜ਼ ਨਿਮਾਣਾ ਬਣ ਕੇ ਖੜਾ ਹੋ ਜਾ, ਉਹਦੇ ਦਰ ਦਾ ਮੰਗਤਾ ਬਣ ਜਾ, ਉਹਦੇ ਅੱਗੇ ਢਹਿ ਪੈ ਔਰ ਉਹਦਾ ਉਪਦੇਸ਼ ਗ੍ਰਹਿਣ ਕਰ ਔਰ ਆਪਣੇ ਜੀਵਨ ਨੂੰ ਉਹਦੇ ਮੁਤਾਬਕ ਬਣਾ। ਬਸ ਇਹੀ ਰਸਤਾ ਹੈ ਪ੍ਰਭੂ ਦੇ ਨਾਲ ਜੁੜਨ ਦਾ ਕਿ ਤੂੰ ਗੁਰੂ ਦੀ ਸ਼ਰਨ ਦੇ ਵਿੱਚ ਪੈ ਜਾ। ਆਲਟਰਨੇਟਿਵ ਉਹਨਾਂ ਨੇ ਸਾਨੂੰ ਦੋ ਦੇ ਦਿੱਤੇ। ਇੱਕ ਪਾਸੇ ਸਾਖਤ ਦੀ ਗੱਲ ਉਹਨਾਂ ਨੇ, ਜੋ ਉਹਦਾ ਹਸ਼ਰ ਹੁੰਦਾ ਹੈ, ਉਹ ਸਾਡੇ ਸਾਹਮਣੇ ਰੱਖ ਦਿੱਤਾ, ਤੇ ਦੂਜੇ ਪਾਸੇ ਉਹਨਾਂ ਨੇ ਜੋ ਵਡਿਆਈ ਹਰ ਜਨ ਦੀ, ਗੁਰਮੁਖ ਜਨ ਦੀ ਬਣਦੀ ਹੈ, ਸਤਿਗੁਰਾਂ ਨੇ ਉਹ ਵੀ ਸਾਨੂੰ ਦੱਸ ਦਿੱਤੀ। ਤੇ ਅੰਤ ਦੇ ਵਿੱਚ ਸਤਿਗੁਰਾਂ ਨੇ ਫੇਰ ਇਹੀ ਸਾਨੂੰ ਸਮਝਾਇਆ ਕਿ ਭਾਈ ਜੇ ਜੀਵਨ ਨੂੰ ਸਫਲ ਕਰਨਾ ਹੈ ਤਾਂ ਉਸ ਪ੍ਰਭੂ ਦੇ ਦਰ ਦੇ ਉੱਤੇ, ਉਸ ਗੁਰੂ ਦੇ ਦਰ ਦੇ ਉੱਤੇ ਮਸਕੀਨ, ਨਿਮਾਣਾ, ਗਰੀਬ ਬਣ ਕੇ ਢਹਿ ਪੈ, ਦਾਤ ਮੰਗ ਉਹਦੇ ਕੋਲੋਂ ਕਿ ਹੇ ਪ੍ਰਭੂ ਜੀ ਸਾਨੂੰ ਰੱਖ ਲਓ, ਵਿਕਾਰਾਂ ਤੋਂ ਰੱਖ ਲਓ, ਤੁਸੀਂ ਬਹੁਤ ਵੱਡੇ ਹੋ, ਰੱਖਣ ਵਾਲੇ ਹੋ, ਆਪਣੀ ਕਿਰਪਾ ਕਰੋ, ਸਾਨੂੰ ਰੱਖ ਲਓ, ਆਪਣੇ ਨਾਮ ਦੀ ਦਾਤ ਬਖਸ਼ੋ, ਕਿਉਂਕਿ ਆਪ ਦਾ ਜੋ ਨਾਮ ਹੈ, ਉਸੇ ਨਾਮ ਦੇ ਆਧਾਰ ਦੇ ਉੱਤੇ ਹੀ, ਉਸੇ ਨਾਮ ਦੇ ਸਹਾਰੇ ਟੇਕ ਦੇ ਨਾਲ ਹੀ ਜੋ ਹੈ ਨਾਮ ਦਾ ਸੁੱਖ ਅਸੀਂ ਪ੍ਰਾਪਤ ਕਰਦੇ ਹਾਂ, ਇਸ ਜੀਵਨ ਦੇ ਵਿੱਚ ਸੁੱਖ ਪ੍ਰਾਪਤ ਕਰਦੇ ਹਾਂ। ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ, ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਬਹੁਤ ਧੰਨਵਾਦ ਜੀ ਪ੍ਰਭੂ ਕੀਰਤ ਸਿੰਘ ਜੀ। ਸਤਿਗੁਰੂ ਗੁਰੂ ਪਾਤਸ਼ਾਹ ਜੀ ਨੇ ਅੱਜ ਦੇ ਸ਼ਬਦ ਰਾਹੀਂ ਜੋ ਵਿਚਾਰ ਸਾਡੀ ਝੋਲੀ 'ਚ ਪਾਏ, ਬੜੇ ਪਿਆਰ ਨਾਲ ਆਪਾਂ ਇਹਨਾਂ ਨੂੰ ਵੀਰ ਪ੍ਰਭੂ ਕੀਰਤ ਸਿੰਘ ਜੀ ਪਾਸੋਂ ਸਰਵਣ ਕੀਤਾ। ਹਜ਼ੂਰ ਜੀ ਸਪਸ਼ਟ ਗੱਲ ਸਮਝਾ ਦਿੱਤੀ ਵੀ ਇਹ ਮਨੁੱਖ ਸਰੀਰ ਪੰਜਾਂ ਤੱਤਾਂ ਦਾ ਜਿੱਥੇ ਬਣਿਆ ਹੈ, ਇਹਦੇ ਵਿੱਚ ਮਨ, ਆਤਮਾ, ਬੁੱਧੀ, ਚਿੱਤ, ਹੰਕਾਰ, ਇਹ ਚੀਜ਼ਾਂ ਵੀ ਹਨ। ਪੰਜ ਵਿਸ਼ਿਆਂ ਦੀ ਪ੍ਰਧਾਨਤਾ ਵੀ ਇਹਦੇ ਵਿੱਚ ਮੰਨੀ ਗਈ ਹੈ। ਇਹ ਪੰਜ ਵਿਸ਼ਿਆਂ ਨੂੰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦਾ ਨਾਮ ਦਿੱਤਾ ਜਾਂਦਾ ਹੈ। ਇਹ ਪੰਜ ਜਜ਼ਬੇ ਹਨ, ਜੇ ਮਨੁੱਖ ਇਹਨਾਂ ਨੂੰ ਕਾਬੂ ਨਾ ਰੱਖ ਸਕੇ ਤਾਂ ਇਹ ਵਿਕਾਰ ਬਣ ਜਾਂਦੇ ਆ। ਜਿਹੜੇ ਕਾਮ, ਕ੍ਰੋਧ, ਨਗੁਰ ਭਰਿਆ ਦੀ ਗੱਲ ਗੁਰੂ ਪਾਤਸ਼ਾਹ ਨੇ ਸਾਨੂੰ ਕੀਤੀ ਹੈ, ਜਦੋਂ ਇਹ ਵਿਕਾਰ ਬਣ ਜਾਂਦਾ ਫਿਰ ਮਨੁੱਖਾ ਜੀਵਨ 'ਚ ਬਹੁਤ ਸਾਰੀਆਂ ਕਮਜ਼ੋਰੀਆਂ ਆ ਜਾਂਦੀਆਂ ਨੇ। ਮਨੁੱਖਾ ਜੀਵਨ ਫਿਰ ਅਸਲ ਵਿੱਚ ਮਨੁੱਖੀ ਜੀਵਨ ਨਹੀਂ ਰਹਿੰਦਾ। ਪਵਿੱਤਰ ਤੇ ਵਧੀਆ ਜੀਵਨ ਜਿਉਣ ਲਈ, ਸਮਾਜਿਕ ਜੀਵਨ ਜਿਉਣ ਲਈ ਇਹਨਾਂ ਤੇ ਕਾਬੂ ਰੱਖਣਾ ਬੜਾ ਜ਼ਰੂਰੀ ਹੈ। ਪਸ਼ੂ ਤੇ ਮਨੁੱਖ ਦਾ ਇਹੀ ਫਰਕ ਹੈ ਕਿ ਪਸ਼ੂ ਆਪਣੀਆਂ ਕਾਮਨਾਵਾਂ ਤੇ ਕਾਬੂ ਨਹੀਂ ਰੱਖ ਸਕਦੇ, ਸਵੈ ਕਾਬੂ ਮਨੁੱਖ ਰੱਖ ਸਕਦਾ ਹੈ। ਸੈਲਫ ਕੰਟਰੋਲ, ਸਵੈ ਕਾਬੂ, ਇਹਨੂੰ ਅਸੀਂ ਆਖਦੇ ਹਾਂ, ਅਸੀਂ ਇਸ ਲਫ਼ਜ਼ ਨਾਲ ਵੀ ਯਾਦ ਕਰਦੇ ਹਾਂ। ਭਾਰਤ ਦੇ ਜਿਹੜੇ ਪੁਰਾਣੇ ਆਤਮ ਗਿਆਨੀ ਸੀ, ਉਹਨਾਂ ਨੇ ਕਾਮ, ਕ੍ਰੋਧ, ਲੋਭ, ਮੋਹ ਨੂੰ ਵਿਸ਼ੇਸ਼ ਵਾਸਤੇ ਕਿਹਾ ਕਿ ਵੀ ਤੇਜ਼ ਬੜੇ ਨੇ, ਅਸਰ ਵੀ ਬਹੁਤ ਜਲਦੀ ਕਰਦੇ ਨੇ। ਆਮ ਜ਼ਹਿਰ ਜਿਹੜੀ ਹੈ ਉਹ ਖਾਣ ਨਾਲ ਅਸਰ ਹੁੰਦਾ ਹੈ, ਪਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੀ ਜਿਹੜੀ ਜ਼ਹਿਰ ਹੈ, ਇਹਨੂੰ ਇਹਦੇ ਖਿਆਲ ਚਿੱਤ ਵਿੱਚ ਚਿਤਵਨ ਨਾਲ ਹੀ ਇਹਦਾ ਅਸਰ ਸ਼ੁਰੂ ਹੋ ਜਾਂਦਾ ਹੈ। ਜ਼ਹਿਰ ਸਾਹਮਣੇ ਪਈ ਜਦ ਤੱਕ ਅਸੀਂ ਖਾਂਦੇ ਨਹੀਂ, ਉਹਦਾ ਅਸਰ ਨਹੀਂ ਹੁੰਦਾ,
ਪਰ ਇਹ ਜਦੋਂ ਸਾਡੇ ਸੋਚ ਵਿੱਚ ਵੀ ਆ ਜਾਂਦੇ ਆ ਤੇ ਸਾਡੇ ਮਨ ਤੇ ਦਾ ਅਸਰ ਹੋ ਜਾਂਦਾ ਹੈ। ਇਸੇ ਲਈ ਇਹਨਾਂ ਨੂੰ ਵਿਸ਼ੇ ਕਿਹਾ ਗਿਆ, ਇਸੇ ਕਰਕੇ ਇਹਨਾਂ ਚੀਜ਼ਾਂ ਨੂੰ ਵਿਸ਼ਾ ਦਾ ਦਰਜਾ ਦਿੱਤਾ ਗਿਆ ਹੈ। ਦੇਖੋ, ਕਿਸੇ ਸੁੰਦਰ ਦਾ ਮਨੁੱਖ ਦਾ ਦੂਸਰੇ ਆਪੋਜ਼ਿਟ ਦਾ ਸੈਕਸ ਦਾ ਖਿਆਲ ਸਾਹਮਣੇ ਆਉਂਦਿਆਂ ਹੀ ਬੰਦੇ ਦੇ ਅੰਦਰ ਕਾਮੀ ਬਿਰਤੀ ਸ਼ੁਰੂ ਹੋ ਜਾਂਦੀ ਹੈ। ਇੱਕ ਪਾਸਾ ਪੋਜ਼ਿਟਿਵ ਹੈ, ਇੱਕ ਨੈਗੇਟਿਵ ਹੈ। ਪੋਜ਼ਿਟਿਵ ਹੈ ਉਹਦੀ ਕਰਤੇ ਦੀ ਵਡਿਆਈ, ਉਹਦੀ ਘਾਟ ਦੇਖੀ ਹੋਈ ਸੁੰਦਰਤਾ ਦੇ ਆਸ਼ਾ ਜਾਣਾ, ਪਰ ਦੂਜਾ ਪਾਸਾ ਹੈ ਵਿਕਾਰ ਦਾ, ਜਿਹੜਾ ਹਾਵੀ ਹੋ ਜਾਂਦਾ ਹੈ। ਇਸੇ ਤਰ੍ਹਾਂ ਹੀ ਲੋਭ ਦੀ, ਲਾਲਚ ਦੀ ਖਿਆਲ ਮਨ ਚ ਆਉਂਦਿਆਂ ਹੀ ਮਨੁੱਖ ਫਿਰ ਹਲਕਾ ਹੋ ਜਾਂਦਾ ਹੈ। ਜਾਇਜ਼ ਨਜਾਇਜ਼ ਸਭ ਢੰਗ ਤਰੀਕੇ ਅਪਣਾ ਕੇ ਮਨੁੱਖ ਇਹਨਾਂ ਸਾਧਾਂ ਨੂੰ ਇਕੱਠਾ ਕਰਨਾ ਚਾਹੁੰਦਾ ਹੈ। ਆਪਣੇ ਵਿਰੋਧੀ ਦਾ ਖਿਆਲ ਮਨ ਚ ਆਉਂਦਿਆਂ ਹੀ ਕ੍ਰੋਧ ਦੀ ਅੱਗ ਭੜਕਦੀ ਹੈ। ਆਪਣੇ ਵਿਰੋਧੀ ਦਾ ਖਿਆਲ। ਅਜੀਤ ਸਿੰਘ ਜੀ, ਤੁਹਾਡਾ ਨਾ ਕਨੈਕਸ਼ਨ ਸ਼ਾਇਦ ਬ੍ਰੇਕ ਹੋ ਗਿਆ ਸੀਗਾ ਤੇ ਨਾਲੇ ਹੁਣ ਮਾਈਕ ਵੀ ਮਿਊਟ ਹੋ ਗਿਆ ਤੁਹਾਡਾ। ਮਾਰੇ ਲੂਟੇ ਗੁਰੂ ਸਾਹਿਬ ਕਹਿੰਦੇ ਨੇ ਅਵਰ ਪੰਚ ਹਮ ਏਕ ਜਨਾ, ਕਿਉਂ ਰਾਖੂ ਕਰ ਬਾਹਰ ਮਨਾ। ਅਜੀਤ ਸਿੰਘ ਜੀ, ਤੁਹਾਡਾ ਮਾਈਕ ਮਿਊਟ ਹੈ।